ਵਾਹਿਗੁਰੂ 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 ਵਾਹਿਗੁਰੂ। ਸਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮਧਿਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪੇ ਖਪਾਹੀ। ਅੰਤਰ ਅਗਿਆਨ ਭਈ ਮਤ ਮਧਿਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪੇ ਖਪਾਹੀ। ਸਤਿਗੁਰ ਕਾ ਭਾਣਾ ਚਿਤ ਨ ਆਵੈ, ਆਪਣੇ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾ ਨਾਨਕ ਸ਼ਬਦ ਸਮਾਹੀ। ਸਤਿਗੁਰ ਕਾ ਭਾਣਾ ਚਿਤ ਨ ਆਵੈ, ਆਪਣੇ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾ ਨਾਨਕ ਸ਼ਬਦ ਸਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੇ ਸਾਜੇ ਨਵਾਜੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹਾਂ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਦੇ ਪਾਵਨ ਹਜ਼ੂਰ ਸਬਾਏਮਾਨ ਹੋਵਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਸਾਡੇ ਤੇ ਅਪਾਰ ਬਖਸ਼ਿਸ਼ ਰਹਿਮਤ ਕਰ ਰਹੇ ਹਨ। ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਪਵਿੱਤਰ ਦਿਹਾੜਾ ਹੈ, ਅੱਜ ਦੇ ਦਿਹਾੜੇ ਮੇਰੇ ਕਿਰਪਾਲੂ ਸਤਿਗੁਰੂ ਪਿਤਾ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਗ੍ਰਹਿ ਵਿਖੇ ਸਾਡੇ ਸਾਰਿਆਂ ਦੇ ਸਤਿਕਾਰਯੋਗ ਸਾਡੇ ਬਾਬਾ ਜੀ ਸਾਹਿਬ ਬਾਬਾ ਜੋਰਾਵਰ ਸਿੰਘ ਜੀ ਨੇ ਪਾਵਨ ਅਵਤਾਰ ਧਾਰਨ ਕੀਤਾ ਹੈ। ਅੱਜ ਬਾਬਾ ਜੋਰਾਵਰ ਸਿੰਘ ਜੀ ਦਾ ਪਾਵਨ ਜਨਮ ਦਿਹਾੜਾ ਹੈ ਜੀ। ਅੱਜ ਦੇ ਦਿਹਾੜੇ ਮਾਤਾ ਜੀਤ ਕੌਰ ਜੀ ਦੀ ਕੁੱਖ ਨੂੰ ਭਾਗ ਲਾਏ ਹਨ। ਸਮੁੱਚੀਆਂ ਸਿੱਖ ਸੰਗਤਾਂ ਨੂੰ ਸਾਹਿਬ ਬਾਬਾ ਜੋਰਾਵਰ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ। ਧੰਨ ਹਨ ਕਿਰਪਾਲੂ ਸਤਿਗੁਰੂ ਸਾਹਿਬ ਤੇ ਧੰਨ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਸਾਹਿਬਜ਼ਾਦੇ, ਜਿਨ੍ਹਾਂ ਨੇ ਸੰਸਾਰ ਉੱਤੇ ਆਣ ਕਰਕੇ ਇਤਨਾ ਵੱਡਾ ਪਾਵਨ ਇਤਿਹਾਸ ਸਿਰਜਿਆ ਹੈ। ਉੱਥੇ ਨਾਲ ਦੇ ਨਾਲ ਸਾਨੂੰ ਜੀਵਨ ਜਾਚ ਬਖਸ਼ ਕਰਕੇ ਸੰਸਾਰ ਤੋਂ ਗਏ ਹਨ। ਖਾਲਸਾ ਜੀਓ, ਆਪਾਂ ਅਨੇਕਾਂ ਘਟਨਾਵਾਂ ਗੁਰੂ ਇਤਿਹਾਸ ਵਿੱਚੋਂ ਪੜ੍ਹਦੇ ਹਾਂ। ਦਾਸ ਆਮ ਤੌਰ 'ਤੇ ਬੇਨਤੀ ਕਰਦਾ ਹੈ ਕਿ ਗੁਰੂ ਕਾ ਇਤਿਹਾਸ ਹੀ ਸਾਡੀ ਮਰਿਆਦਾ ਹੈ। ਸਾਹਿਬ ਬਾਬਾ ਜੋਰਾਵਰ ਸਿੰਘ ਜੀ, ਜਿਨ੍ਹਾਂ ਦਾ ਆਪਾਂ ਪਾਵਨ ਪਵਿੱਤਰ ਇਤਿਹਾਸ ਪੜ੍ਹੀਏ, ਅਤੇ ਸਾਹਿਬ ਬਾਬਾ ਜੋਰਾਵਰ ਸਿੰਘ ਜੀ ਦੇ ਪਾਵਨ ਇਤਿਹਾਸ ਵਿੱਚੋਂ ਇੱਕ ਕਥਾ ਬੜੀ ਸੁੰਦਰ
ਸਾਨੂੰ ਸਰਵਣ ਕਰਨ ਵਾਸਤੇ, ਪੜ੍ਹਨ ਵਾਸਤੇ ਮਿਲੇਗੀ। ਮਹਾਂਪੁਰਖਾਂ ਨੇ ਇਸ ਕਥਾ ਦਾ ਜ਼ਿਕਰ ਕੀਤਾ ਹੈ ਕਿ ਜਿਸ ਸਮੇਂ ਸਾਹਿਬ ਬਾਬਾ ਜ਼ੋਰਾਵਰ ਸਿੰਘ ਜੀ ਅਜੇ ਬਾਲਕ ਅਵਸਥਾ ਵਿੱਚ ਹਨ ਤੇ ਸਾਡੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਨੇ ਆਪਣੀ ਗੋਦੀ ਵਿੱਚ ਬਿਠਾਲਣਾ ਤੇ ਨਾਲ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸਾਹਿਬ ਬਾਬਾ ਜ਼ੋਰਾਵਰ ਸਿੰਘ ਜੀ ਨੂੰ ਸਰਵਣ ਕਰਾਉਣਾ। ਦਾਦੀ ਤੇ ਪੋਤੇ ਦਾ ਕਿੱਡਾ ਅਥਾਹ ਪ੍ਰੇਮ ਹੈ। ਜਿਸ ਦਿਨ ਮਾਤਾ ਦੀ ਗੋਦੀ ਵਿੱਚ ਹਨ ਉਸ ਦਿਨ ਪਾਵਨ ਜਪਜੀ ਸਾਹਿਬ ਜੀ ਦਾ ਪਾਠ ਸਰਵਣ ਕਰਵਾਇਆ ਮਾਤਾ ਜੀ ਨੇ। ਤੇ ਜਿਸ ਦਿਹਾੜੇ ਖੇੜੀ ਚੰਦੂ ਦੇ ਘਰ ਵਿੱਚ ਰਾਤ ਬਸਰ ਕੀਤੀ, ਦਿਨ ਚੜ੍ਹਿਆ, ਆਪ ਉਸ ਇਤਿਹਾਸ ਤੋਂ ਜਾਣੂ ਹੋ। ਵਾਹਿਗੁਰੂ ਗੰਗੂ ਜਿਸ ਦਿਨ ਸਿਪਾਹੀਆਂ ਨੂੰ ਬੁਲਾਉਣ ਵਾਸਤੇ ਗਿਆ, ਕਿਸੇ ਇਤਿਹਾਸਕਾਰ ਦੇ ਪਾਸੋਂ ਆਪ ਜੀ ਨੇ ਇਹ ਲਿਖਿਆ, ਸੁਣਿਆ, ਪੜ੍ਹਿਆ ਨਹੀਂ ਹੋਵੇਗਾ ਕਿ ਉੱਥੇ ਜੀ ਭੱਜੋ ਦੌੜੀ ਪੈ ਗਈ। ਮਾਤਾ ਜੀ ਸਾਹਿਬਜ਼ਾਦਿਆਂ ਨੂੰ ਲੈ ਕਰਕੇ ਚੱਲਣ ਲੱਗੇ ਸਨ ਜਾਂ ਕਿਸੇ ਪਾਸੇ ਨੂੰ ਗਏ। ਉਲਟਾ ਮਾਤਾ ਜੀ ਨੇ ਆਪਣੇ ਪੋਤਰੇ ਬਾਬਾ ਜ਼ੋਰਾਵਰ ਸਿੰਘ ਜੀ ਨੂੰ ਪਾਸ ਬਿਠਾਲ ਕਰਕੇ ਆਖਿਆ, ਪੁੱਤਰ ਜੀ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸਰਵਣ ਕਰਵਾਓ। ਜੋ ਸਾਡਾ ਸੰਵਿਧਾਨ, ਜੋ ਸਾਡਾ ਸਿਧਾਂਤ ਹੈ, ਜਿਹਨੂੰ ਆਪਾਂ ਰਹਿਤਨਾਮਿਆਂ ਵਿੱਚ ਬਚਨ ਪੜ੍ਹਦੇ ਹਾਂ, ਸਿੱਖ ਸਿੱਖਣੀ ਮਿਲ ਬਹੇ, ਭਾਖਾ ਕਰੇ ਅਪਾਰ, ਭਜਨ ਦ੍ਰਿੜਾਏ ਪੁੱਤਰ ਕੋ, ਹਰ ਭਜ ਬਾਰੰਬਾਰ। ਸਿੱਖੀ ਦੀ ਮਰਿਆਦਾ ਕੀ ਹੈ ਕਿ ਆਪਣੇ ਬੱਚਿਆਂ ਨੂੰ ਪਾਸ ਬਿਠਾ ਕਰਕੇ ਤੇ ਗੁਰੂ ਕੀ ਬਾਣੀ, ਪਰਮੇਸ਼ਰ ਵਾਹਿਗੁਰੂ ਦਾ ਨਾਮ ਸਿਮਰਨ, ਭਗਤੀ ਦ੍ਰਿੜ ਕਰਵਾਈ ਜਾਵੇ। ਮਾਤਾ ਜੀ ਨੇ ਆਪਣੇ ਪਿਆਰੇ ਸਾਹਿਬਜ਼ਾਦੇ ਪਾਸੋਂ, ਆਪਣੇ ਪੋਤਰੇ ਪਾਸੋਂ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸਰਵਣ ਕੀਤਾ। ਖਾਲਸਾ ਜੀ, ਇਹ ਸੁਭਾਅ ਸਾਡੇ ਸਾਰਿਆਂ ਦੇ ਘਰਾਂ ਵਿੱਚ ਪ੍ਰਚਲਿਤ ਹੋਣਾ ਚਾਹੀਦਾ। ਇਹ ਸਾਡੀ ਮਰਿਆਦਾ ਹੈ। ਜਿਹੜਾ ਘਰ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਨਾਲ ਜੁੜਿਆ ਹੋਵੇਗਾ, ਉਸ ਘਰ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਵਰਤਦੀ ਰਹੇਗੀ। ਜਿਨ੍ਹਾਂ ਘਰਾਂ ਵਿੱਚੋਂ ਸ੍ਰੀ ਜਪਜੀ ਸਾਹਿਬ ਜੀ ਦੀਆਂ ਧੁਨਾਂ ਬੰਦ ਹੋ ਜਾਵਣਗੀਆਂ, ਉਹਨਾਂ ਘਰਾਂ ਵਿੱਚ ਸਿੱਖੀ ਜਿਹੜੀ ਹੈ ਖੰਭ ਲਾ ਕਰਕੇ ਉਹਨਾਂ ਘਰਾਂ 'ਚੋਂ ਉੱਡ ਜਾਇਆ ਕਰਦੀ ਹੈ। ਗੁਰਸਿੱਖੀ ਦਾ ਘਰਾਂ 'ਚੋਂ ਲਾਂਭੇ ਹੋ ਜਾਣਾ ਹੀ ਸਭ ਨਾਲੋਂ ਵੱਡਾ ਇਹ ਸਮਝ ਲਵੇਗੇ ਕਿ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ, ਸਿੱਖ ਖਵਾਉਂਦਿਆਂ ਹੋਇਆਂ, ਜੇ ਸਿੱਖ ਦੇ ਪਾਸ ਸ੍ਰੀ ਜਪਜੀ ਸਾਹਿਬ ਨਹੀਂ ਤਾਂ ਸਿੱਖ ਦਾ ਕੋਈ ਜੀਵਨ ਹੀ ਨਹੀਂ ਹੋ ਸਕਦਾ। ਜੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਘਰ ਵਿੱਚ ਚੱਲਦਾ ਹੈ, ਗੁਰੂ ਕੀ ਪਾਵਨ ਗੁਰਬਾਣੀ ਦਾ ਨਿਤਨੇਮੀ ਗੁਰੂ ਕਾ ਸਿੱਖ ਹੈ, ਤਾਂ ਸਾਰੀਆਂ ਬਖਸ਼ਾਂ ਵਰਤਦੀਆਂ ਰਹਿਣਗੀਆਂ। ਅਨੇਕ ਗੁਰਮੁਖਾਂ ਦਾ ਜੀਵਨ, ਮਹਾਂਪੁਰਖਾਂ ਮਹਾਤਮਾ ਦਾ ਜੀਵਨ ਆਪ ਜੀ ਪੜ੍ਹੋਗੇ, ਜਿਨ੍ਹਾਂ ਦੀ ਸ੍ਰੀ ਜਪਜੀ ਸਾਹਿਬ ਜੀ ਦੇ ਨਾਲ ਪ੍ਰੀਤ ਪਈ ਤੇ ਵੱਡੀ ਵੱਡੀਆਂ ਬਖਸ਼ਾਵਾਂ ਸਤਿਗੁਰੂ ਸਾਹਿਬ ਜੀ ਨੇ, ਕਲਗੀਧਰ ਪ੍ਰੀਤਮ ਸਤਿਗੁਰੂ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਉਹਨਾਂ 'ਤੇ ਕੀਤੀਆਂ ਹਨ। ਐਸੀ ਪਾਵਨ ਗੁਰਬਾਣੀ ਦਾ ਜਾਪ ਮਾਤਾ ਜੀ ਨੇ, ਦਾਸ ਬੇਨਤੀ ਕਰ ਰਿਹਾ ਸੀ, ਪਹਿਲਾਂ ਪੋਤਰੇ ਨੂੰ ਦ੍ਰਿੜ ਕਰਵਾਇਆ ਤੇ ਫਿਰ ਆਪ ਸੁਣਿਆ। ਪਰ ਵਿਚਾਰ ਕਰਕੇ ਵੇਖੀਏ, ਜਿਹੜੀ ਦਾਦੀ ਅੰਮਾ ਹੁਣ ਦੇ ਸਮੇਂ ਵਾਲੇ, ਜਿਸ ਨੂੰ ਆਪ ਨੂੰ ਜਪਜੀ ਸਾਹਿਬ ਚੇਤੇ ਨਾ ਹੋਵੇਗਾ, ਗਾਂ ਬੱਚਿਆਂ ਨੂੰ ਕੀ ਪੜ੍ਹਾ ਸਕੇਗੀ। ਜਿਸ ਨੂੰ ਆਪ ਹੀ ਗੁਰਮੁਖੀ ਪੜ੍ਹਨੀ ਨਾ ਆਵੇ, ਬਦਕਿਸਮਤੀ ਵੱਡੀ ਤਾਂ ਇਹ ਹੈ ਕਿ ਬਹੁਤਾਤ ਮਾਵਾਂ ਨੂੰ ਖੁਦ ਗੁਰਮੁਖੀ ਪੜ੍ਹਨੀ ਹੀ ਨਹੀਂ ਆਉਂਦੀ। ਗੁਰਬਾਣੀ ਪੜ੍ਹਨੀ ਤੇ ਦੂਰ ਦੀ ਗੱਲ, ਅਸੀਂ ਤੇ ਊੜੇ ਐੜੇ ਨਾਲੋਂ ਹੀ ਟੁੱਟ ਚੁੱਕੇ ਹਾਂ। ਦੁਨੀਆ ਦੀ ਦਾਸ ਨੇ ਅੱਗੇ ਵੀ ਬੇਨਤੀ ਕੀਤੀ ਸੀ, ਦੁਨੀਆ ਦੀ ਕੋਈ ਭਾਸ਼ਾ ਨਹੀਂ ਹੈ ਜਿਸ ਨੂੰ ਕਿਸੇ ਪੈਗੰਬਰ ਨੇ ਆਪਣੇ ਹੱਥੀਂ ਲਿਖਿਆ ਹੋਵੇ। ਦੁਨੀਆ ਦੀ ਕੋਈ ਭਾਸ਼ਾ ਨਹੀਂ ਜਿਸ ਨੂੰ ਕਿਸੇ ਅਵਤਾਰ ਨੇ ਆਪਣੇ ਹੱਥੀਂ ਆਪ ਲਿਖ ਕਰਕੇ ਉਸ ਦਾ ਵਿਆਕਰਨ, ਵਾਹਿਗੁਰੂ ਉਸ ਦੇ ਅੱਖਰ ਆਪ ਲਿਖ ਕਰਕੇ ਦਿੱਤੇ ਹੋਣ। ਇੱਕ ਪਾਵਨ ਗੁਰਮੁਖੀ ਜ਼ੁਬਾਨ, ਇੱਕ ਪਾਵਨ ਇਹ ਭਾਸ਼ਾ ਜਿਸ ਨੂੰ ਆਪ ਪਿਆਰ ਦੇ ਸਹਿਤ ਗੁਰਮੁਖੀ ਜ਼ੁਬਾਨ ਕਹਿੰਦੇ ਹੋ। ਇੱਕ ਸਤਿਗੁਰੂ ਸਾਹਿਬ ਜੀ ਦੇ ਇਹ ਪਾਵਨ ਸੋਭਨੀਕ ਬਚਨ ਊੜਾ ਐੜਾ ਜੋ 35 ਅੱਖਰੀ ਹੈ, ਇਹ ਕੇਵਲ ਤੇ ਕੇਵਲ ਮੇਰੇ ਸਤਿਗੁਰੂ ਸਾਹਿਬ ਜੀ ਨੇ ਉਚਾਰੀ ਨਹੀਂ,
ਇਸ ਦੀ ਵਿਉਂਤਬੰਦੀ, ਇਹ ਪਾਵਨ ਅੱਖਰਾਂ ਨੂੰ ਵੀ ਆਪਣੇ ਹੱਥਾਂ ਨਾਲ ਲਿਖਿਆ ਹੋਇਆ। ਹਰ ਇੱਕ ਅੱਖਰ ਦੇ ਵਿੱਚੋਂ ਜਿੱਥੇ ਸ੍ਰੀ ਜਪਜੀ ਸਾਹਿਬ ਪੜ੍ਹੇ ਗੁਰੂ ਕਾ ਸਿੱਖ, ਗੁਰੂ ਕਾ ਸਿੱਖ ਗੁਰੂ ਕੀ ਬਾਣੀ ਪੜ੍ਹੇ ਸੁਣੇ ਜਾਂ ਇਸ ਨੂੰ ਲਿਖੇ ਆਪਣੇ ਹੱਥਾਂ ਦੇ ਨਾਲ, ਤੇ ਹਰ ਇੱਕ ਅੱਖਰ ਦੇ ਵਿੱਚੋਂ ਸਾਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਮੇਰੇ ਕਿਰਪਾਲੂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਦੂਸਰੇ ਸਰੂਪ ਦੇ ਦਰਸ਼ਨ ਹੋਣੇ ਚਾਹੀਦੇ ਹਨ ਕਿ ਇਹ ਉਹ ਅੱਖਰ ਹਨ ਜਿਨ੍ਹਾਂ ਨੂੰ ਮੇਰੇ ਸਤਿਗੁਰੂ ਸਾਹਿਬ ਜੀ ਨੇ ਹੋਂਦ ਵਿੱਚ ਲਿਆਂਦਾ ਹੈ। ਜੇ ਇੰਨਾ ਪ੍ਰੇਮ ਹੋਵੇਗਾ ਤਾਂ ਹੀ ਭਾਈ ਗੁਰਸਿੱਖੀ ਘਰ ਵਿੱਚ ਰਹਿ ਸਕਦੀ, ਨਹੀਂ ਤੇ ਨਹੀਂ ਰਹੇਗੀ। ਹੁਣ ਤੇ ਸੁਭਾਅ ਹੀ ਬਣ ਗਿਆ ਸਿੱਖਾਂ ਦਾ ਕਿ ਬਾਬਾ ਜੀ ਯਤਨ ਕਰੋ, ਕਮੇਟੀ ਵਾਲਿਆਂ ਨੂੰ ਵੀ ਕਹਿਣਾ ਚਾਹੀਦਾ ਹੈ ਕਿ ਅੰਗਰੇਜ਼ੀ ਦੇ ਵਿੱਚ ਸਾਨੂੰ ਗੁਟਕੇ ਸਾਹਿਬ ਛਪਾ ਕੇ ਦੇ ਦੇਵੋ, ਜਾਂ ਜੀ ਸਾਨੂੰ ਹਿੰਦੀ ਦੇ ਵਿੱਚ ਛਪਾ ਕਰਕੇ ਦੇ ਦੇਵੋ। ਗੁਰੂ ਕੇ ਸਿੱਖੋ, ਜਿਹੜਾ ਸਿੱਖ ਆਪਣੀ ਜ਼ਬਾਨ ਹੀ ਨਹੀਂ ਸਿੱਖ ਸਕਦਾ, ਠੀਕ ਹੈ ਗੁਰੂ ਕੀ ਬਾਣੀ ਦਾ ਮੈਂ ਇਹ ਨਹੀਂ ਕਹਿੰਦਾ, ਹੋਰ ਭਾਸ਼ਾਵਾਂ ਵਿੱਚ ਗੁਰੂ ਕੀ ਬਾਣੀ ਲਿਖੀ ਜਾਣੀ ਚਾਹੀਦੀ ਹੈ, ਪਰ ਉਸ ਮੁਲਕ ਦੇ ਲੋਕਾਂ ਵਾਸਤੇ ਪੜ੍ਹਨ ਲਈ। ਜੇ ਸਿੱਖਾਂ ਦੇ ਘਰ ਜੰਮ ਕੇ, ਪੰਜਾਬ ਦੀ ਧਰਤੀ 'ਤੇ ਜੰਮ ਕੇ ਜਾਂ ਪੰਜਾਬੀਆਂ ਦੇ ਘਰ ਵਿੱਚ ਜੰਮ ਕਰਕੇ ਜੇ ਗੁਰੂ ਕੀ ਬਾਣੀ ਪੜ੍ਹਨੀ ਨਹੀਂ ਆਉਂਦੀ, ਤੇ ਇਹ ਮੰਨ ਲਈਏ ਕਿ ਅਸੀਂ ਵੱਡੇ ਬਦਕਿਸਮਤ ਹਾਂ। ਇਹ ਜਾਣ ਲਈਏ ਕਿ ਅਸੀਂ ਆਪਣੇ ਵਡੇਰਿਆਂ ਦਾ ਇਤਿਹਾਸ ਪੜ੍ਹਿਆ ਤੇ ਸੁਣਿਆ ਤੇ ਕੀ ਅਸੀਂ ਭੋਰਾ ਜਿੰਨੇ ਵੀ ਉਹ ਤੋਂ ਜਾਣੂ ਨਹੀਂ ਹਾਂ। ਜੇ ਸਾਨੂੰ ਇਹ ਚੇਤੇ ਹੋਵੇਗਾ ਕਿ ਸਾਡੇ ਵਡੇਰਿਆਂ ਨੇ, ਜਿਨ੍ਹਾਂ ਦੇ ਆਪਾਂ ਜਨਮ ਦਿਹਾੜੇ ਮਨਾਉਂਦੇ ਹਾਂ, ਜਿਨ੍ਹਾਂ ਨੂੰ ਸਜਦੇ ਕਰਦੇ ਹਾਂ, ਜਿਸ ਥਾਂ 'ਤੇ ਜਾ ਕਰਕੇ ਲੋਕੀ ਕੁਲਕਲਾਹਟ ਪਾ ਦਿੰਦੇ ਹਨ। ਆਮ ਤੌਰ 'ਤੇ ਵੇਖੀਏ, ਜੇ ਕੋਈ ਕਿਸੇ ਵਾਸਤੇ ਕਚਹਿਰੀ ਤੋਂ ਜਾਂ ਥਾਣੇ ਤੋਂ ਪੁਲਿਸ ਲੈਣ ਗਿਆ ਹੋਵੇ ਤੇ ਦੂਸਰੇ ਘਰ ਵਿੱਚ ਭਾਜੜਾਂ ਪਈਆਂ ਹੁੰਦੀਆਂ ਹਨ। ਜਿਹੜੀ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਕਿੱਡੀ ਬਖਸ਼ਿਸ਼ ਵਾਲੀ ਹੋਵੇਗੀ। ਕਿਸੇ ਦੇ ਘਰ ਵਿੱਚ ਸੁਭਾਏਮਾਨ ਹਨ, ਜਿਸ ਦੇ ਘਰ ਵਿੱਚ ਬੈਠੇ ਹੋਏ ਹਨ, ਉਹ ਜਾ ਕਰਕੇ ਪੁਲਿਸ ਲੈਣ ਗਿਆ ਹੈ ਥਾਣੇ ਤੋਂ, ਤੇ ਧੰਨ ਸਤਿਗੁਰੂ ਸਾਹਿਬ ਜੀ ਦੇ ਸਾਡੇ ਸਤਿਕਾਰਯੋਗ ਦਾਦੀ ਮਾਤਾ ਜੀ, ਮਾਤਾ ਗੁਜਰ ਕੌਰ ਜੀ, ਆਪਣੇ ਸਾਹਿਬਜ਼ਾਦਿਆਂ ਦੇ ਪਾਸੋਂ, ਆਪਣੇ ਪੋਤਰਿਆਂ ਦੇ ਪਾਸੋਂ ਪਾਵਨ ਗੁਰਬਾਣੀ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸਰਵਣ ਕਰ ਰਹੇ। ਇਹ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਹੈ ਜਿਹੜਾ ਹਿਰਦੇ ਨੂੰ ਇੰਨਾ ਵੱਡਾ ਧੀਰਜ ਦੇ ਸਕਦਾ ਹੈ। ਤਾਈਓ ਤੇ ਭਾਈ ਸ੍ਰੀ ਜਪਜੀ ਸਾਹਿਬ ਜੀ ਦੇ ਟੁੱਟਣ ਦਾ ਕਾਰਨ ਹੀ ਹੈ, ਨਿੱਕੀਆਂ ਨਿੱਕੀਆਂ ਮੁਸ਼ਕਲਾਂ ਦੇ ਵਿੱਚ ਅਸੀਂ ਬਹੁਤ ਹੀ ਕੁਲਕਲਾਹਟ ਪਾ ਕਰਕੇ ਦੱਸਦੇ ਹਾਂ, ਸਾਡੇ ਪੱਲੇ ਹੀ ਕੱਖ ਨਹੀਂ ਰਿਹਾ। ਇਸ ਕਰਕੇ ਪਿਆਰੇ ਖਾਲਸਾ ਜੀ, ਜੇ ਸਾਹਿਬਜ਼ਾਦਿਆਂ ਦੇ ਪਾਵਨ ਪ੍ਰਕਾਸ਼ ਪੁਰਬ, ਉਹਨਾਂ ਦੇ ਜਨਮ ਦਿਹਾੜੇ ਮਨਾਉਣੇ ਹਨ, ਤਾਂ ਸਾਨੂੰ ਇਹ ਵੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਨੂੰ ਗੁਰੂ ਕੀ ਬਾਣੀ ਦੇ ਨਾਲ ਜ਼ਰੂਰ ਬਾ ਜ਼ਰੂਰ ਜੁੜਨਾ ਚਾਹੀਦਾ ਹੈ। ਸੋ ਦਾਸ ਬੇਨਤੀ ਕਰ ਰਿਹਾ ਸੀ, ਉਹਨਾਂ ਮਹਾਂਪੁਰਖਾਂ ਦਾ ਅੱਜ ਪਾਵਨ ਜਨਮ ਦਿਹਾੜਾ ਹੈ, ਜਿਨ੍ਹਾਂ ਦਾ ਜੀਵਨ ਹੀ ਬਾਣੀ ਤੋਂ ਆਰੰਭ ਹੈ। ਤਾਈਓ ਹੀ ਗੁਰੂ ਕੀ ਬਾਣੀ ਦੇ ਜਿਹੜੇ ਬਚਨ ਹਨ, ਜਿਨ੍ਹਾਂ ਨੂੰ ਆਪਾਂ ਪੜ੍ਹਦੇ ਹਾਂ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਧਰਾਇਆ, ਜਿਨ੍ਹਾਂ ਦੀ ਪ੍ਰਸਾਦ ਕਿਰਪਾ ਸਦਕਾ ਸਮੁੱਚਾ ਜਗਤ ਹੀ ਤਰ ਜਾਂਦਾ ਹੈ। ਜਿਹੜਾ ਪਿਆਰੇ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਪੜ੍ਹ ਲਵੇਗਾ, ਉਹ ਜੀਵਨ ਵਿੱਚ ਕਦੀ ਵਾਸਤੇ ਵੀ ਉਹ ਡੋਲ ਨਹੀਂ ਸਕਦਾ। ਉਹਦੇ ਜੀਵਨ ਦੀ ਸਦਾ ਵਾਸਤੇ ਚੜ੍ਹਦੀ ਕਲਾ ਹੀ ਰਹੇਗੀ। ਉਹ ਸਦਾ ਵਾਸਤੇ ਉਹਦਾ ਜੀਵਨ ਆਨੰਦ ਖੇੜੇ ਅਤੇ ਉਤਸ਼ਾਹ ਵਾਲਾ ਹੀ ਰਹੇਗਾ, ਬਾਸ਼ਰਤੇ ਕਿ ਉਹਨਾਂ ਦਾ ਜੀਵਨ ਸਾਡੇ ਹਿਰਦੇ 'ਚ ਵਸ ਜਾਵੇ, ਉਕਰ ਜਾਵੇ। ਜਿਨ੍ਹਾਂ ਦੇ ਜੀਵਨ ਦਾ ਆਨੰਦ ਕਦੀ ਅੱਲਾ ਜਾਰਖਾਂ ਜੋਗੀ ਨੇ ਮਾਣਿਆ ਹੈ, ਕਿੰਨਾ ਉਸ ਜੀਵਨ ਦਾ ਆਨੰਦ ਹੋਵੇਗਾ ਕਿ ਉਸ ਜੀਵਨ ਨੂੰ ਪੜ੍ਹ ਕਰਕੇ ਅੱਲਾ ਜਾਰਖਾਂ ਜੋਗੀ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਭੌਰੇ ਬਣ ਗਏ। ਕਿੰਨੀ ਬਖਸ਼ਿਸ਼ ਵਾਲਾ ਹੋਵੇਗਾ ਇਹ ਇਤਿਹਾਸ, ਕਿੰਨੀ ਬਖਸ਼ਿਸ਼ ਵਾਲਾ ਹੋਵੇਗਾ ਉਹ ਜੀਵਨ। ਇਹ ਸ੍ਰੀ ਜਪਜੀ ਸਾਹਿਬ ਜੀ ਦੀ ਹੀ ਬਖਸ਼ਿਸ਼ ਹੈ ਨਾ ਕਿ 9 ਸਾਲ ਦੀ ਆਜੂ ਵਿੱਚ ਵੀ ਭਾਈ ਗੁਰਸਿੱਖੀ ਕਦਾਚਿਤ ਵੀ ਤਿਆਗੀ ਨਹੀਂ ਹੈ, ਭੋਰਾ ਜਿੰਨਾ ਵੀ। ਹੁਣ ਤੇ
ਬਹੁਤਾਤ ਮਾਵਾਂ ਨੂੰ ਇਹੋ ਹੀ ਚਿੰਤਾ ਲੱਗੀ ਹੋਈ ਹੈ ਕਿ ਜੂੜਾ ਕਿਵੇਂ ਕਰਨਾ, ਕੇਸ ਬੱਚੇ ਦੇ ਕਤਲ ਕਰਵਾ ਦੇਵੋ। ਧੰਨ ਹਨ ਸਾਡੇ ਵਡੇਰੇ, ਸਾਡੇ ਬਾਬੇ। ਦੁਨੀਆ ਦੀ ਕਿਸੇ ਵੀ ਇਤਿਹਾਸੀ ਤਵਾਰੀਖ ਵਿੱਚੋਂ ਕਿਸੇ ਵੀ ਥਾਂ ਤੋਂ ਇਹ ਨਹੀਂ ਪੜੋਗੇ ਕਿ 9 ਸਾਲ ਦੇ ਤੇ 7 ਸਾਲ ਦੇ ਕਿਸੇ ਬਾਲਕ ਦੇ ਨਾਮ ਨਾਲ ਬਾਬਾ ਲੱਗਾ ਹੋਵੇ, ਬਜ਼ੁਰਗ ਲੱਗਾ ਹੋਵੇ। ਇਹ ਆਪਣਾ ਹੀ ਪਾਵਨ ਇਤਿਹਾਸ ਹੈ, ਇਹਨਾਂ ਮਹਾਂਪੁਰਖਾਂ ਦਾ ਹੀ ਪਾਵਨ ਇਤਿਹਾਸ ਹੈ, ਜਿਨ੍ਹਾਂ ਦੇ ਇਤਿਹਾਸ ਵਿੱਚ ਤੁਸੀਂ ਆਪਾਂ ਕਹਿੰਦੇ ਸਾਹਿਬ ਬਾਬਾ ਅਜੀਤ ਸਿੰਘ ਜੀ, ਸਾਹਿਬ ਬਾਬਾ ਜੁਝਾਰ ਸਿੰਘ ਜੀ, ਸਾਹਿਬ ਬਾਬਾ ਜੋਰਾਵਰ ਸਿੰਘ ਜੀ, ਸਾਹਿਬ ਬਾਬਾ ਫਤਿਹ ਸਿੰਘ ਜੀ। ਇਹ ਬਾਬੇ ਤਾਂ ਹਨ ਕਿ ਵੱਡਾ ਇਤਿਹਾਸ ਸੰਸਾਰ ਤੇ ਸਿਰਜ ਕਰਕੇ ਗਏ ਹਨ। ਨਾ ਤੇ ਪਹਿਲਾਂ ਹੀ ਐਸਾ ਕਿਸੇ ਨੇ ਇਤਿਹਾਸ ਬਣਾਇਆ ਹੈ, ਨਾ ਗਾਹਾਂ ਨੂੰ ਕੋਈ ਬਣਾ ਸਕਦਾ। ਇਹੋ ਜਿਹਾ ਇਤਿਹਾਸ ਕੋਈ ਸਿਰਜ ਹੀ ਨਹੀਂ ਸਕਦਾ ਜੋ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੇ ਪਾਵਨ ਸਾਹਿਬਜ਼ਾਦਿਆਂ ਨੇ ਸਿਰਜਿਆ। ਸਿੱਖੀ ਤਿਆਗਣੀ ਨਹੀਂ ਗੁਰੂ ਕਿਆ ਸਿੱਖਾ। ਸੋ ਟਕੇ ਟਕੇ ਦੀਆਂ ਸਰਦਾਰੀਆਂ ਜਾਂ ਕਿਸੇ ਦੇ ਘਰ ਦੇ ਕੰਮ ਕਰਨ ਵਾਸਤੇ ਸਿੱਖੀ ਤਿਆਗਣੀ ਤੇ ਦੂਰ ਦੀ ਗੱਲ, ਕੋਈ ਰਾਜ ਭਾਗ ਵੀ ਦਿੰਦਾ ਹੋਵੇ ਤਾਂ ਕਰਕੇ ਵੀ ਇਹ ਸਿੱਖੀ ਤਿਆਗੀ ਨਹੀਂ ਜਾ ਸਕਦੀ। ਐਸੇ ਪੂਰਨੇ ਪਾ ਕਰਕੇ ਗਏ ਹਨ। ਉਹਨਾਂ ਮਹਾਂਪੁਰਖਾਂ ਦਾ ਪਾਵਨ ਜਨਮ ਦਿਹਾੜਾ ਸਮੁੱਚੀ ਕੌਮ ਨੂੰ, ਸਮੁੱਚੇ ਖਾਲਸਾ ਪੰਥ, ਸਾਰੇ ਨਾਨਕ ਨਾਮ ਲੇਵਾ ਸਿੱਖਾਂ ਨੂੰ ਭਾਈ ਮੁੜ ਤੋਂ ਲੱਖ ਲੱਖ ਵਧਾਈ ਹੋਵੇ। ਬੇਨਤੀ ਕਰੀਏ ਸਤਿਗੁਰੂ ਸਾਹਿਬ ਜੀ, ਜੋ ਆਪ ਜੀ ਨੇ ਬਖਸ਼ਿਸ਼ ਆਪਣੇ ਪਾਵਨ ਸਾਹਿਬਜ਼ਾਦਿਆਂ ਤੇ ਕੀਤੀ ਹੈ, ਕਲਗੀਧਰ ਪਾਤਸ਼ਾਹ, ਅਸੀਂ ਵੀ ਆਪ ਜੀ ਦੇ ਪੁੱਤਰ, ਆਪ ਜੀ ਨੇ ਬਖਸ਼ਿਸ਼ ਕੀਤੀ ਹੈ। ਭਾਵੇਂ ਨਾਮ ਧਰੀਕ ਹਾਂ, ਪਰ ਹਾਂ ਤੇ ਆਪ ਦੇ ਨਾਂ। ਜਿੱਥੇ ਵੀ ਸੰਸਾਰ 'ਚ ਵਿਚਰਦੇ ਹਾਂ, ਲੋਕ ਆਪ ਜੀ ਦੇ ਜਾਣ ਕਰਕੇ ਮੰਨਦੀ ਹੈ। ਆਪ ਜੀ ਨੇ ਬਖਸ਼ਿਸ਼ ਜੋ ਕੀਤੀ ਹੈ ਕਿ ਜਿਸ ਦਿਹਾੜੇ ਦਾ ਇਹਨਾਂ ਰਗਾਂ 'ਚੋਂ ਆਪ ਜੀ ਦੀ ਬਖਸ਼ਿਸ਼ ਸਦਕਾ ਇਹ ਅੰਮ੍ਰਿਤ ਪਾਨ ਕੀਤਾ, ਇਹ ਹੇਠਾਂ ਨੂੰ ਉਤਰ ਗਿਆ ਹੈ। ਭਾਵੇਂ ਮੇਰੀ ਕਰਤੂਤ ਕਿਰਪਾਲੂ ਸਤਿਗੁਰੂ ਸਾਹਿਬ ਜੀ ਇੰਨੀ ਵੱਡੀ ਨਹੀਂ ਹੈ, ਪਰ ਗੁਰਦੇਵ ਦੁਨੀਆ ਦੇ ਲੋਕ ਤੇ ਆਪ ਜੀ ਦਾ ਹੀ ਜਾਣ ਕਰਕੇ ਮੰਨਦੀ ਹੈ। ਇਹ ਨਹੀਂ ਕਹਿੰਦੇ ਕਿ ਓਨੀ ਵੱਡੀ ਬਖਸ਼ਿਸ਼ ਨਹੀਂ ਮਹਾਰਾਜ ਜੋ ਉਹਨਾਂ ਤੇ ਦਿਆਲਤਾ ਆਪ ਜੀ ਨੇ ਕੀਤੀ ਹੈ। ਸੋ ਬਾਬਾ ਜੀ, ਬਾਬਾ ਜੋਰਾਵਰ ਸਿੰਘ ਜੀ, ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿਤੇ ਕਣਕਾ ਪਰ ਉਹ ਜਿਹੜੀ ਸਿੱਖੀ ਹੈ ਸਾਡੇ ਹਿਰਦੇ 'ਚ ਵਸ ਜਾਵੇ ਤੇ ਫਿਰ ਇਹ ਬਖਸ਼ਿਸ਼ ਜੋ ਸੋ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ 'ਚ ਹੈ ਕਿ ਕਣਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਜੇ ਇੱਕ ਕਣਕਾ ਪਰ ਵੀ ਉਹ ਵਾਲੀ ਸਿੱਖੀ ਮੇਰੇ ਵਰਗੇ ਗਰੀਬ ਦੇ ਹਿਰਦੇ ਵਿੱਚ ਵਸ ਜਾਵੇ ਕਿਰਪਾਲੂ ਜੀ, ਤੇ ਮਹਿਮਾ ਤੇ ਨਹੀਂ ਚਾਹੀਦੀ ਭਾਵੇਂ ਬਹੁਤੀ ਸੰਸਾਰ 'ਚ, ਪਰ ਫਿਰ ਇਸ ਗੱਲੋਂ ਸੁਖਾਲੇ ਹੋ ਕਰਕੇ ਜਾਵਾਂਗੇ ਕਿ ਹੁਣ ਸਾਨੂੰ ਆਗਾਂ ਗਿਆ ਹੋਇਆਂ ਨੂੰ ਪ੍ਰਲੋਕ ਵਿੱਚ ਕੋਈ ਧੱਕੇ ਮਾਰ ਕੇ ਬਾਹਰ ਨਹੀਂ ਕੱਢੇਗਾ। ਇਹ ਜ਼ਰੂਰ ਜਾਣੇਗਾ ਕਿ ਇਹ ਗੁਰੂ ਕਾ ਸਿੱਖ ਹੈ। ਇਹ ਬੇਨਤੀ ਕਰੀਏ ਤਾਂ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਸਫਲਾ ਹੈ। ਹੁਣ ਜੋ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਅੱਜ ਦੇ ਦਿਹਾੜੇ ਧੰਨ ਸੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤੀ ਹੈ ਪਾਵਨ ਹੁਕਮਨਾਮੇ ਰੂਪ ਵਿੱਚ, ਜੋ ਕਿਰਪਾਲੂ ਸਤਿਗੁਰੂ ਸਾਡੇ ਤੇ ਕਿਰਪਾ ਕਰ ਰਹੇ ਹਨ। ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮਧਿਮ, ਸਤਿਗੁਰ ਕੀ ਪ੍ਰਤੀਤ ਨਾਹੀ। ਸੋ ਭਾਈ ਸੋਰਠ ਦੀ ਵਾਰ ਅੰਦਰ ਕਿਰਪਾਲੂ ਸਤਿਗੁਰੂ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਸਾਡੇ ਤੇ ਦਿਆਲਤਾ ਰਹਿਮਤ ਕਰ ਰਹੇ ਹਨ। ਵੱਡੇ ਮਹਾਂਪੁਰਖਾਂ ਨੇ ਇਸ ਦੀ ਉਥਾਨਕਾ ਇਸ ਪ੍ਰਕਾਰ ਵੀ ਦੱਸੀ ਹੈ ਕਿ ਜਿਹੜਾ ਭਾਈ ਗੋਂਦਾ ਗੋਇੰਦਵਾਲ ਸਾਹਿਬ ਵਾਲਾ ਉਹਦਾ ਭਤੀਜਾ ਸੀ ਇੱਕ, ਉਹ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਕਪਟ ਦੇ ਨਾਲ ਇਹ ਜੋ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਹੈ ਚਾਹੁੰਦਾ ਸੀ ਕਿ ਮਹਾਰਾਜ ਮੇਰੀ ਸਰਦਾਰੀ ਇੱਥੇ ਕਾਇਮ ਕਰ ਦੇਣ। ਸੋ ਉਸ ਦੇ ਪ੍ਰਥਾਏ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਪਾਵਨ ਬਚਨ ਕਹੇ ਹਨ। ਕਿਰਪਾਲੂ ਸਤਿਗੁਰੂ ਸਾਹਿਬ ਜੀ ਇੱਥੇ ਮਨਮੁਖਾਂ ਦੀ ਅਵਸਥਾ ਦੱਸ ਰਹੇ ਹਨ। ਸੋ ਜਿਨ੍ਹਾਂ ਨੇ ਮਨ ਨੂੰ ਹੀ ਮੁਖੀ ਬਣਾ ਕਰਕੇ ਸੰਸਾਰ 'ਚ ਵਿਚਰਦੇ ਹਨ, ਕਿਰਪਾ ਕਰਦੇ ਹਨ। ਅੰਤਰ ਅਗਿਆਨ ਭਈ ਮਤ ਮੱਧਮ। ਸੋ ਅੰਤਰ ਹਿਰਦੇ ਕਰਕੇ ਅਗਿਆਨੀ ਹੋ ਚੁੱਕਾ ਹੈ ਮਨਮੁਖ।
ਮੱਧਮ ਤੋਂ ਭਾਵ ਮਤ ਬੁੱਧੀ ਜਿਹੜੀ ਦਿਨਾਂ ਪ੍ਰਤੀ ਘਟ ਰਹੀ ਹੋਵੇ, ਜਾਂ ਇਸ ਤਰੀਕੇ ਦੇ ਨਾਲ ਤਿੰਨ ਤਰੀਕਿਆਂ, ਤਿੰਨ ਸ਼੍ਰੇਣੀਆਂ ਦੇ ਵਿੱਚ ਵਿਦਵਾਨਾਂ ਨੇ ਵੰਡਿਆ ਹੈ, ਉੱਤਮ, ਮੱਧਮ ਤੇ ਕਨਿਸ਼ਟ। ਉੱਤਮ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਭਾਈ ਨਾਮ ਗਰਾਹੀ ਹੋਣ, ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਦੀ ਪ੍ਰੇਮਾ ਭਗਤੀ ਤੋਂ ਬਿਨਾਂ ਕੁਝ ਹੋਰ ਨਾ ਚਾਹੀਦਾ ਹੋਵੇ, ਉਹਨਾਂ ਨੂੰ ਉੱਤਮ ਮੰਨਿਆ ਜਾਂਦਾ। ਮੱਧਮ ਕਿਹਾ ਜਾਂਦਾ ਹੈ ਜਿਹੜਾ ਸੰਗਤ ਵਿੱਚ ਵੀ ਆਉਣਾ ਚਾਹਵੇ ਤੇ ਨਾਲ ਪਦਾਰਥ ਵੀ ਚਾਹੁੰਦਾ ਹੋਵੇ ਕਿ ਸੰਗਤ ਵਿੱਚ ਵੀ ਆਈ ਜਾਵਾਂ ਤੇ ਪਦਾਰਥ ਵੀ ਮਿਲਦੇ ਜਾਣ। ਕਨਿਸ਼ਟ ਕਹਿੰਦੇ ਹਨ ਜਿਹੜਾ ਕੇਵਲ ਤੇ ਕੇਵਲ ਪਦਾਰਥਵਾਦੀ ਸੋਚ ਵਾਲਾ ਹੀ ਹੋਵੇ ਕਿ ਉਹ ਘਟੀਆ ਤੋਂ ਘਟੀਆ ਕੰਮ ਕਰਨ ਲਈ ਵੀ ਤਿਆਰ ਹੋਵੇ, ਕੇਵਲ ਤੇ ਕੇਵਲ ਮਾਇਆ ਪਦਾਰਥਾਂ ਦੀ ਇੱਛਾ ਹੋਵੇ। ਇਸ ਤਰੀਕੇ ਦੇ ਨਾਲ ਮੱਧਮ ਕਹਿੰਦੇ ਹਨ ਕਿ ਜਿਵੇਂ ਧੁੰਦ ਦੇ ਵਿੱਚ ਚਾਨਣ ਤੇ ਹੁੰਦਾ ਹੈ, ਚਿੱਟਾਪਣ ਤੇ ਹੁੰਦਾ ਹੈ, ਪਰ ਦੂਸਰੀ ਚੀਜ਼ ਦਿਸਦੀ ਨਹੀਂ। ਸੋ ਦਵੈਤ ਭਾਵ ਵਿੱਚ ਵੇਖਣ ਨੂੰ ਪ੍ਰਤੀਤ ਚਾਨਣ ਹੋ ਰਿਹਾ ਹੈ, ਪਰ ਹਕੀਕਤ ਵਿੱਚ ਹੈ ਹਨੇਰਾ ਹੀ ਹੈ। ਮੱਧਮ ਉਹਨਾਂ ਨੂੰ ਕਿਹਾ ਜਾਂਦਾ ਜਿਵੇਂ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਮਤ ਥੋੜੀ ਸੇਵ ਗਵਾਈ। ਥੋੜੀ ਬੁੱਧੀ ਕਰਕੇ ਸੇਵਾ ਤੇ ਕੀਤੀ, ਸੇਵਾ ਕਰਨੇ ਤੇ ਪਦਾਰਥ ਹੀ ਮੰਗ ਕਰਕੇ ਕੇਵਲ, ਜਦ ਕਿ ਪਦਾਰਥ ਤੇ ਸਤਿਗੁਰੂ ਸਾਹਿਬ ਜੀ ਸੁਤੇ ਹੀ ਦੇ ਰਹੇ ਸਨ। ਸੁਤੇ ਜਿਸ ਨੂੰ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਵੀ ਕਥਾ ਬੜੇ ਸੁੰਦਰ ਤਰੀਕੇ ਨਾਲ ਵਰਣਨ ਕਰਕੇ ਕਿਹਾ ਹੈ। ਪੁੱਛਿਆ ਮਹਾਂਪੁਰਖੋ ਸਤਿਗੁਰੂ ਸਾਹਿਬ ਜੀ ਦੇ ਪਾਸ ਕੀ ਅਰਦਾਸ ਕਰਿਆ ਕਰੀਏ? ਬਚਨ ਕੀਤੇ, ਕਹਿਣ ਲੱਗੇ ਭਾਈ ਗੁਰਸਿੱਖਾ ਜਦੋਂ ਵੀ ਕਿਰਪਾਲੂ ਜੀ ਦੇ ਪਾਸੋਂ ਮੰਗੋ ਨਾਮ ਦੀ ਦਾਤ ਮੰਗੋ। ਸਵਾਲ ਕਰਨ ਵਾਲਾ ਕਹਿਣ ਲੱਗਾ ਮਹਾਂਪੁਰਖੋ ਪਦਾਰਥ, ਸਾਨੂੰ ਪਦਾਰਥ ਨਹੀਂ ਮੰਗਣੇ ਚਾਹੀਦੇ। ਕਹਿਣ ਲੱਗੇ ਭਾਈ ਸਿੱਖਾ ਜੋ ਸਾਡੀ ਪਰਾਲਬਧ ਹੈ ਸੁਤੇ ਹੀ ਸਤਿਗੁਰੂ ਸਾਹਿਬ ਜੀ ਸਾਨੂੰ ਦਈ ਜਾ ਰਹੇ ਨੇ, ਉਹ ਤੇ ਸੁਭਾਵਕ ਹੀ ਪਦਾਰਥ ਚੱਲ ਕਰਕੇ ਮਿਲ ਰਹੇ ਹਨ। ਜਿਵੇਂ ਪਰਾਲਬਧ ਵੱਧ ਘਟ ਰਹੀ ਹੈ ਉਵੇਂ ਪਦਾਰਥ ਵੱਧਦੇ ਘਟਦੇ ਰਹਿੰਦੇ ਨੇ। ਮਹਾਂਪੁਰਖੋ ਜੇ ਬਹੁਤੇ ਚਾਹੀਦੇ ਹੋਣ ਕਹਿੰਦੇ ਨਾਮ ਅਭਿਆਸ ਦੀ ਦਾਤ ਮੰਗੋ। ਨਾਮ ਦੀ ਦਾਤ ਮੰਗਦਿਆਂ ਮੰਗਦਿਆਂ ਕਦੋਂ ਪਦਾਰਥ ਅਤੁੱਟ ਹੋ ਗਏ ਪਤਾ ਹੀ ਨਹੀਂ ਚੱਲੇਗਾ। ਕਿਉਂ ਜੀ? ਚਾਰ ਪਦਾਰਥ ਜੇ ਕੋ ਮੰਗੈ ਸਾਧ ਜਣਾ ਕੀ ਸੇਵਾ ਲੱਗ। ਤੇ ਨਾਮ ਦੀ ਦਾਤ ਬਖਸ਼ਿਸ਼ ਕਿਵੇਂ ਹੋਵੇਗੀ? ਜਿਹੜੇ ਨਾਮ ਗਰਾਹੀ ਹਨ, ਜੇ ਨਾਮ ਦੀ ਦਾਤ ਪ੍ਰਾਪਤ ਕਰਨ ਲਈ ਤੁਰਾਂਗੇ ਤੇ ਸੰਗਤ ਦਾ ਆਸਰਾ ਜ਼ਰੂਰ ਲੈਣਾ ਪਵੇਗਾ। ਜਿਹੜਾ ਸੰਗਤ ਵਿੱਚ ਆ ਜਾਵੇਗਾ ਉਹਨੂੰ ਤੋਟਾ ਨਾਮ ਦਾ ਨਹੀਂ ਰਹੇਗਾ, ਤੇ ਜਿਸ ਨੂੰ ਨਾਮ ਦਾ ਤੋਟਾ ਨਾ ਰਿਹਾ, ਜਿਹੜਾ ਸੰਗਤ ਦੇ ਵਿੱਚ ਜੁੜਨ ਲੱਗ ਪਿਆ, ਪਦਾਰਥਾਂ ਦਾ ਤੋਟਾ ਵੀ ਨਹੀਂ ਰਹਿੰਦਾ। ਸੁਭਾਵਕ ਹੀ ਆਪਾਂ ਕਹਿੰਦੇ ਜੀ ਫਲਾਣਾ ਗੁਰੂ ਕਾ ਸਿੱਖ ਪਹਿਲਾਂ ਤੇ ਵਿਚਾਰਾ ਇਵੇਂ ਭੁੱਖਾ ਜਿਹਾ ਹੀ ਮਰਦਾ ਸੀ, ਪਰ ਜਦੋਂ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਆਰੰਭ ਕੀਤੀ ਹੈ ਨਾ, ਇਹਦੇ ਆਲ ਬੁਖਾਰ ਹੀ ਭਰ ਗਏ ਨੇ, ਕੋਈ ਤੋਟਾ ਇਹਦੇ ਘਰ ਵਿੱਚ ਰਿਹਾ ਹੀ ਨਹੀਂ। ਉਸ ਦਾ ਕਾਰਨ ਹੈ ਗੁਰੂ ਪਿਆਰੇ ਖਾਲਸਾ ਜੀ, ਤੋਟਾ ਮੇਰੇ ਸਤਿਗੁਰੂ ਸਾਹਿਬ ਜੀ ਰਹਿਣ ਹੀ ਕੋਈ ਨਹੀਂ ਦਿੰਦੇ। ਕਿਉਂ ਜੀ? ਸਤਿਗੁਰੂ ਸਾਹਿਬ ਜੀ ਪ੍ਰਭ ਕੀ ਆਗਿਆ ਮਾਨੈ ਮੱਥ ਹੈ, ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਜਿਹੜੇ ਸਤਿਗੁਰੂ ਸਾਹਿਬ ਜੀ ਦੀ ਆਗਿਆ ਨੂੰ ਮੱਥੇ ਤੇ ਮੰਨਦੇ ਨੇ ਗੁਰੂ ਕੇ ਸਿੱਖ, ਕਿਰਪਾਲੂ ਜੀ ਉਹਨੂੰ 4 ਗੁਣਾ ਦੇ ਕਰਕੇ, ਇੱਕ ਦਾਤ ਤੇ ਦੇਣੀ ਸੀ ਸੋ 4 ਗੁਣਾ ਵਧੇਰੇ ਦੇ ਕਰਕੇ ਉਸ ਨੂੰ ਨਿਹਾਲ ਕਰ ਦਿੰਦੇ। ਜਿਵੇਂ ਬਚਨ ਵੀ ਕੀਤੇ ਨੇ ਪ੍ਰੀਤਮ ਸਤਿਗੁਰੂ ਸਾਹਿਬ ਜੀ ਨੇ। ਪੁੱਛਿਆ ਸੀ ਮਹਾਰਾਜ ਜਿਹੜਾ ਆਪ ਜੀ ਦੇ ਪ੍ਰਤੀ ਦਸਵੰਧ ਕੱਢੇ, ਸਤਿਗੁਰੂ ਸਾਹਿਬ ਜੀ ਕਹਿੰਦੇ ਅਸੀਂ 100 ਗੁਣਾ ਦੇ ਕਰਕੇ ਉਸ ਨੂੰ ਨਿਹਾਲ ਕਰਾਂਗੇ। ਐਸੀ ਬਖਸ਼ਿਸ਼ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਕਰਦੇ ਹਨ। ਪਰ ਜਿਨ੍ਹਾਂ ਦੀ ਮਤ ਮੱਧਮ ਹੋ ਚੁੱਕੀ ਹੈ, ਭਾਵ ਚਾਨਣ ਤੇ ਦਿਸ ਰਿਹਾ ਹੈ ਪਰ ਪਦਾਰਥਵਾਦੀ ਸੋਚ ਹੋਣ ਕਰਕੇ ਹਨੇਰੇ 'ਚ ਹੀ ਤੁਰੇ ਫਿਰਦੇ ਨੇ। ਧੁੰਦ ਦਾ ਅੱਗੇ ਪਦਾਰਥਾਂ ਰੂਪੀ ਧੁੰਦ ਅੱਖਾਂ ਦੇ ਛਾਈ ਹੋਈ ਹੈ। ਕਹਿੰਦੇ ਮਹਾਰਾਜ ਜੀ ਕਾਰਨ ਕੀ ਹੈ? ਕਹਿੰਦੇ ਸਤਿਗੁਰ ਕੀ ਪ੍ਰਤੀਤ ਨਾਹੀ। ਗੁਰੂ ਸਾਹਿਬ ਜੀ ਦੀ ਪ੍ਰਤੀਤ ਭਰੋਸਾ ਹੀ ਨਹੀਂ ਹੈ। ਨਾ ਭਰੋਸਗੀ ਕੀ ਹੈ ਜੀ? ਕਈ ਇਹੋ ਜਿਹੇ ਵੀ ਮਨੁੱਖ ਗੁਰੂ ਕੇ ਸਿੱਖ ਕੀ ਕਹੀਏ ਉਹਨਾਂ ਨੂੰ, ਭਾਈ ਗੁਰੂ ਕੀ ਹਜ਼ੂਰੀ ਹੈ, ਕੋਈ ਕਰੜਾ ਬਚਨ ਤੇ ਕਹਿ ਨਹੀਂ ਸਕਦੇ। ਪਰ ਅਜਿਹੀ ਬੁੱਧ ਵੀ ਸਿੱਖ ਅਖਵਾਉਣ ਵਾਲਿਆਂ ਦੀ ਸੋ ਭੈੜੀ ਹੋ ਗਈ ਹੈ ਕਿ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਇਹ ਕਹਿਣਾ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਮਹਾਨ ਮਨੁੱਖ ਹਨ, ਇਸ ਨਾਲੋਂ ਵੱਡੀ ਨਿੰਦਿਆ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਕੋਈ ਹੋ ਹੀ ਨਹੀਂ ਸਕਦੀ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੁੱਛੀਏ, ਗੁਰਦੇਵ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕੌਣ ਹਨ? ਕਿਰਪਾਲੂ ਜੀ ਬਚਨ ਕਰਦੇ ਹਨ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਸੋ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਮਹਾਰਾਜ ਹੋਰ ਬਖਸ਼ਿਸ਼ ਕਰੋ। ਕਹਿਣ ਲੱਗੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ।
ਸਾਰਿਆਂ ਤੋਂ ਵੱਡੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਹਨ। ਇਹ ਸਿੱਖ ਦਾ ਕੇਵਲ ਤੇ ਕੇਵਲ ਕਹਿਣਾ ਨਹੀਂ ਹੋਣਾ ਚਾਹੀਦਾ, ਸਿੱਖ ਦੇ ਹਿਰਦੇ ਵਿੱਚ ਇਹ ਬਚਨ ਉਕਰ ਜਾਣੇ ਚਾਹੀਦੇ ਹਨ। ਕੋਈ ਹੈ ਸੰਸਾਰ ਦੇ ਉੱਤੇ ਭਾਈ ਕਿਵੇਂ ਨੇ ਮਹਾਰਾਜ ਵੱਡੇ ਜੀ ਭਾਈ ਜੀ ਵਿਦਿਆ ਪੜ੍ਹਨ ਦੇ ਮਸਲੇ 'ਚ ਵੇਖੀਏ ਤੇ ਸਭ ਨਾਲੋਂ ਇੱਕ ਦਿਹਾੜੇ ਵਿੱਚ ਹੀ ਮੇਰੇ ਸਤਿਗੁਰੂ ਸਾਹਿਬ ਜੀ ਨੇ ਸਾਰੀਆਂ ਵਿਦਿਆ ਪੜ੍ਹ ਲਈਆਂ ਹਨ। ਕਿਸੇ ਅਵਤਾਰ ਨੇ ਆਣ ਕਰਕੇ ਅਜਿਹੀ ਕਿਰਿਆ ਸੰਸਾਰ ਤੇ ਨਹੀਂ ਕੀਤੀ। ਜਿਹੜੇ ਮਹਾਨ ਮਨੁੱਖ ਕਹਿਣ ਵਾਲੇ ਨੇ, ਦੱਸੋ ਸੰਸਾਰ ਤੇ ਹੈ ਕੋਈ ਮਹਾਨ ਮਨੁੱਖ ਇਹੋ ਜਿਹਾ? ਕੋਈ ਹੈ ਸੰਸਾਰ ਦੇ ਉੱਤੇ ਜਿਹਨੇ ਪੜ੍ਹਿਆਂ ਨੂੰ ਪੜ੍ਹਾਇਆ ਹੋਵੇ? ਤੇ ਜੇ ਪੜ੍ਹਿਆਂ ਨੂੰ ਪੜ੍ਹਾਉਣ ਵਾਲਿਆਂ ਦੀ ਗਿਣਤੀ ਕਰੀਏ ਤੇ ਬੜਾ ਲੰਮਾ ਇਤਿਹਾਸ ਗੋਪਾਲ ਪਾਦਾ ਜੀ ਤੋਂ, ਕਾਜੀ ਨੂਰਦੀਨ ਜੀ ਤੋਂ ਆਰੰਭ ਹੋ ਕਰਕੇ ਵੱਡੇ ਵੱਡੇ ਪੰਡਤਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਪੜ੍ਹਾਇਆ। ਵੱਡੇ ਵੱਡੇ ਰਾਜੇ ਸਤਿਗੁਰੂ ਸਾਹਿਬ ਜੀ ਨੂੰ ਝੁਕੇ। ਸੋ ਜਿਹਨੂੰ ਆਪਾਂ ਪੜ੍ਹਦੇ ਹਿੰਦੂ ਮੁਸਲਮਾਨ ਨਵਾਇਆ, ਸਾਰੇ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਤੇ ਝੁਕੇ ਹਨ। ਫਿਰ ਵੱਡੇ ਰਾਜਿਆਂ ਨੂੰ ਜਾ ਕਰਕੇ ਝੁਕਾਉਣਾ ਕੀਤਾ। ਵੱਡੇ ਸਿੱਧ ਵੱਡੀ ਆਜੂ ਵਾਲੇ ਉਹ ਵੀ ਝੁਕਾਏ ਹਨ ਚਰਨਾਂ ਤੇ। ਦਸਗੀਰ ਪੀਰ ਵਰਗੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਤੇ ਝੁਕੇ। ਐਸੇ ਕਿਰਪਾਲੂ ਸਤਿਗੁਰੂ ਸਾਹਿਬ ਦੀਨ ਦੁਨੀਆ ਦੇ ਵਾਲੀ ਜੀ ਨੇ। ਇਹ ਜੀ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਦਲੀਲ ਦੇ ਨਾਲ ਮਨਾ ਲੈਣਾ ਕੀਤਾ। ਭਾਈ ਦਲੀਲਾਂ ਤੇ ਤੁਹਾਡੇ ਪਾਸ ਵੀ ਬੜੀਆਂ ਵੱਡੀਆਂ ਨੇ, ਤੁਸੀਂ ਕਿਉਂ ਨਹੀਂ ਮਨਾ ਲੈਂਦੇ? ਆ ਵੇਖ ਲਵੋ ਕਿੰਨਾ ਲੰਮਾ ਸਮਾਂ ਸੰਘਰਸ਼ ਕੀਤਾ ਹੈ। ਓੜਕ ਜਿਸ ਸਿੱਖੀ ਤੋਂ ਡਰਦੇ ਸਾਂ, ਕਹਿਣਾ ਨਹੀਂ ਚਾਹੁੰਦਾ ਦਾਸ ਪਰ ਕਹਿ ਦਵਾਂ ਕਿ ਜੀ ਨਿਸ਼ਾਨ ਸਾਹਿਬ ਨਾ ਲਾਓ ਇੱਥੇ, ਆਓ ਨਾ ਕਰੋ, ਜੇ ਨਾ ਕਰੋ। ਬੜੀਆਂ ਦਲੀਲਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ। ਕਿਤੇ ਦੁਨੀਆ ਦੇ ਲੋਕਾਂ ਨੂੰ ਇਹ ਨਾ ਪਤਾ ਲੱਗ ਜਾਵੇ ਕਿ ਅਸੀਂ ਸਿੱਖ ਹਾਂ। ਗੁਰੂ ਕੈ ਸਿੰਘਾ ਸਿਰ ਤੇ ਭਾਵੇਂ ਹਰੀ ਬੰਨ ਲਾ, ਚਾਹੀਦਾ ਤੇ ਕੇਸਰੀ ਤੇ ਨੀਲੀ ਬੱਜੀ ਹੋਵੇ, ਪਤਾ ਲੱਗੇ ਦੂਰੋਂ। ਕਿਉਂਕਿ ਬਚਨ ਸਨ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਤੇਰੀ ਸੋ ਪਛਾਣ ਤੇ ਹੋਣੀ ਚਾਹੀਦੀ ਸੀ ਦੂਰੋਂ ਹੀ ਨੀਲੀ ਬੱਜੀ ਹੋਣੇ ਤੇ, ਪਰ ਯਤਨ ਕੀਤਾ, ਡਰ ਲੱਗ ਗਿਆ, ਪ੍ਰਤੀਤ ਭਰੋਸਾ ਨਾ ਰਿਹਾ ਗੁਰੂ ਸਾਹਿਬ ਜੀ ਦੇ ਉੱਤੇ। ਪਰ ਓੜਕ ਤੇ ਤੇਰੇ ਵਿਰੋਧੀਆਂ ਨੇ ਮੱਥਾ ਤੇਰੇ ਬਾਪੂ ਦੇ ਚਰਨਾਂ ਤੇ ਟੇਕਿਆ ਨਾ, ਤੇਰੇ ਪੈਰਾਂ ਤੇ ਕੋਈ ਨਹੀਂ ਨਾ ਝੁਕਿਆ। ਇਹ ਚੇਤਾ ਹੋਣਾ ਚਾਹੀਦਾ ਹੈ ਕਿ ਮੇਰੇ ਬਾਪੂ ਦੇ ਚਰਨਾਂ ਤੇ ਮੇਰੇ ਬਾਪੂ ਦੀ ਵੱਡੀ ਕਮਾਈ ਹੈ। ਉਸ ਬਾਪੂ ਦੀ ਜਿਹਨੂੰ ਵੱਡੀ ਉਮਰ ਵਾਲੇ ਵੀ ਇਹ ਕਹਿਣ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਹ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਤੇ ਓੜਕ ਮੱਥਾ ਟੇਕਣਾ ਪਿਆ। ਸਿੱਖ ਨੂੰ ਕਦੀ ਵਾਸਤੇ ਇਹ ਭੁੱਲਣਾ ਨਹੀਂ ਚਾਹੀਦਾ। ਸਿੱਖ ਦੀ ਫਤਿਹ ਜੇ ਹੋਵੇਗੀ। ਸੋ ਦਾਸ ਨੂੰ ਬਚਨ ਚੇਤੇ ਆ ਗਏ। ਇਸੇ ਹੀ ਥਾਂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਗੁਰੂ ਕੇ ਖਾਲਸੇ ਦੇ ਪਾਸ ਇੱਕ ਫਰਿਆਦੀ ਨੇ ਆਣ ਕਰਕੇ ਫਰਿਆਦ ਕੀਤੀ। ਗੁਰੂ ਕਾ ਖਾਲਸਾ ਪ੍ਰਸ਼ਾਦਾ ਵਿੱਚੇ ਹੀ ਛੱਡ ਕੇ ਤੁਰ ਪਿਆ। ਜਥੇਦਾਰ ਜੀ ਨੂੰ ਰਸਤੇ ਵਿੱਚ ਜਾਂਦਿਆਂ ਇੱਕ ਸਿੰਘ ਨੇ ਆਗਾਹ ਹੋ ਕੇ ਪੁੱਛਿਆ ਭੰਗੀ ਮਿਸਲ ਦੇ ਜਥੇਦਾਰਾਂ ਨੂੰ, ਜਥੇਦਾਰੋ ਉਹ ਕਸੂਰ ਕਦੀ ਵਾਸਤੇ ਜਿੱਤਿਆ ਨਹੀਂ ਗਿਆ ਜਿੱਧਰ ਨੂੰ ਤੁਸੀਂ ਹੱਲਾ ਕਰ ਦਿੱਤਾ ਹੈ। ਅਰਦਾਸਾਂ ਕਰਕੇ ਤੁਰ ਪਏ, ਜੇ ਕੀ ਹੋਵੇਗਾ? ਉਸ ਸਮੇਂ ਬਚਨ ਕੀਤੇ ਸਨ। ਕਹਿਣ ਲੱਗੇ ਖਾਲਸਾ ਜੀਓ, ਜਦੋਂ ਗੁਰੂ ਕਾ ਸਿੱਖ ਅਰਦਾਸ ਕਰਕੇ ਤੁਰਦਾ ਹੈ ਉਸ ਸਮੇਂ ਸੋ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਸਾਹਿਬਜ਼ਾਦੇ ਖਾਲਸੇ ਦੀ ਅਗਵਾਈ ਕਰਦੇ ਨੇ, ਕਦੀ ਵਾਸਤੇ ਖਾਲਸੇ ਦੀ ਹਾਰ ਹੋ ਹੀ ਨਹੀਂ ਸਕਦੀ। ਸੋ ਅਖਵਾਉਂਦੇ ਤੇ ਸਿੱਖਾਂ, ਪਰ ਮਹਾਰਾਜ ਕਹਿੰਦੇ ਸਤਿਗੁਰੂ ਕੀ ਪ੍ਰਤੀਤ ਨਾਹੀ। ਸਿੱਖ ਅਖਵਾਉਣਾ ਤੇ ਭਰੋਸਾ ਕਰਨਾ ਦੋ ਵੱਖੋ ਵੱਖਰੀਆਂ ਬਾਤਾਂ ਹਨ। ਜਿੰਨਾ ਚਿਰ ਭਰੋਸਾ ਨਾ ਵੱਜੇਗਾ ਉਹਨਾਂ ਚਿਰ ਜਲੀਲ ਹੁੰਦੇ ਹੀ ਰਹਾਂਗੇ। ਜਿਨ੍ਹਾਂ ਨੂੰ ਭਰੋਸਾ ਹੈ ਗੁਰੂ ਕੇ ਪਿਆਰੇ ਖਾਲਸਾ ਜੀ, ਉਹ ਦੋ ਵੀ ਰਾਜ ਕਾਇਮ ਕਰ ਦਿੰਦੇ ਹਨ। ਭਰੋਸੇ ਵਾਲੇ ਨੇ ਨਾ, ਜਿਨ੍ਹਾਂ ਨੂੰ ਇਹ ਭਰੋਸਾ ਹੈ ਸਤਿਗੁਰ ਜਿਹੜਾ ਹੈ ਸਦਾ ਵਾਸਤੇ ਗੁਰਦੇਵ ਮੇਰੇ ਨਾਲ ਹਨ। ਜਿਹੜੇ ਇਹ ਮੰਨਦੇ ਹਨ ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਕਿਰਪਾਲੂ ਜੀ ਸਦਾ ਵਾਸਤੇ ਸਾਡੇ ਅੰਗ ਸੰਗ ਹਨ। ਉਹਨਾਂ ਭਰੋਸੇ ਵਾਲਿਆਂ ਨੇ ਦੋਵਾਂ ਨੇ ਰਾਜ ਕਾਇਮ ਕਰ ਦਿੱਤਾ। ਸੋ ਹੁਣ ਤੇ 1.5 ਸਾਲ ਹੋ ਗਏ ਸੀ ਤਰਲੇ ਮਾਰਦਿਆਂ ਨੂੰ, ਤੇ ਉਹਨਾਂ ਨੇ ਓੜਕ ਜਦੋਂ ਸਾਲਾਂ ਬੱਧੀ ਰਾਜ ਚੱਲ ਗਿਆ, ਕੋਈ 1-2 ਦਿਹਾੜੇ ਨਹੀਂ, ਕਈ ਮਹੀਨਿਆਂ ਤੱਕ ਰਾਜ ਕਰਦੇ ਰਹੇ। ਓੜਕ ਲਾਹੌਰ ਚਿੱਠੀ ਲਿਖ ਕੇ ਭੇਜੀ ਕਿ ਸਾਡੇ ਨਾਲ ਸਾਡਾ ਰਾਜ ਕਾਇਮ ਹੈ, ਆਓ ਭਾਈ ਕੋਈ ਜੰਗ ਵੀ ਸਾਡੇ ਨਾਲ ਕਰਕੇ ਵੇਖੋ। ਬਹੁਤੀ ਦੂਰ ਦੀ ਗੱਲ ਨਹੀਂ, ਆ ਤਰਨ ਤਾਰਨ ਸਾਹਿਬ ਜੀ ਦੀ ਧਰਤੀ ਸਾਡੇ ਨੇੜੇ ਹੀ ਹੈ ਨਾ। ਜਿਨ੍ਹਾਂ ਨੂੰ ਭਰੋਸਾ ਹੈ ਦੋ ਵੀ ਰਾਜ ਕਾਇਮ ਕਰ ਦਿੰਦੇ ਹਨ। ਜਿਨ੍ਹਾਂ ਨੂੰ ਭਰੋਸਾ ਹੈ ਉਹ ਭਾਈ ਦੋ ਹੀ ਆਣ ਕਰਕੇ ਮੱਸੇ ਵਰਗੇ ਪਾਪੀ ਦਾ ਸਿਰ ਵੱਢ ਕੇ ਲੈ ਜਾਂਦੇ ਹਨ। ਇਹ ਸਤਿਗੁਰੂ ਸਾਹਿਬ ਜੀ ਨੇ ਅਜਿਹਾ ਜੋੜੀ ਦਾ ਸਿਸਟਮ ਆਰੰਭ ਕੀਤਾ ਹੈ। ਧੰਨ ਕਿਰਪਾਲੂ ਜੀ ਨੇ ਪਤਾ ਨਹੀਂ ਚਮਕੌਰ ਦੀ ਗੜੀ 'ਚ ਕੀ ਬਖਸ਼ਿਸ਼ ਕਰਕੇ ਜੋੜੀ ਤੋਰੀ ਹੈ।
ਉਹ ਜੋੜੀਆਂ ਉਦੋਂ ਦੀਆਂ ਤੁਰੀਆਂ ਹੀ ਆਉਂਦੀਆਂ ਨੇ, ਜਦੋਂ ਵੀ ਕਿਤੇ ਲੋੜ ਪੈਂਦੀ ਉਹ ਜੋੜੀ ਆਪ ਹੀ ਆਣ ਕਰਕੇ ਖਲੋ ਜਾਂਦੀ। ਭਾਵੇਂ ਉਹ ਸਰਹੰਦ ਵਾਲੀ ਆ ਜਾਵੇ ਤੇ ਭਾਵੇਂ ਚਮਕੌਰ ਵਾਲੀ ਆ ਜਾਵੇ, ਬਖਸ਼ਿਸ਼ ਮੇਰੇ ਕਿਰਪਾਲੂ ਜੀ ਆਪ ਕਰਦੇ ਨੇ। ਇਹ ਭਰੋਸਾ ਗੁਰੂ ਕੇ ਸਿੱਖ ਦੇ ਹਿਰਦੇ 'ਚ ਚਾਹੀਦਾ ਹੈ। ਪਰ ਮਹਾਰਾਜ ਕਹਿੰਦੇ ਸੁਭਾਅ ਕੀ ਬਣਿਆ ਹੋਇਆ ਹੈ, ਅੰਤਰ ਅਗਿਆਨ ਭਈ ਮਤ ਮੱਧਮ। ਮਤ ਦੱਸਣਾ ਤੇ ਇਹ ਚਾਹੁੰਦਾ ਹੈ ਮੇਰੀ ਬਹੁਤੀ ਵੱਡੀ ਹੈ, ਪਰ ਹਕੀਕਤ ਇਹ ਹੈ ਕਿ ਇਹ ਦਿਨ ਪ੍ਰਤੀ ਘਟਦੀ ਜਾਂਦੀ। ਕਿਉਂ? ਸਤਿਗੁਰ ਕੀ ਪ੍ਰਤੀਤ ਨਾਹੀਂ। ਗੁਰੂ ਸਾਹਿਬ ਜੀ ਤੇ ਪ੍ਰਤੀਤ ਭਰੋਸਾ ਹੀ ਨਹੀਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਤੇ ਜੀ। ਅੰਦਰ ਕਪਟ ਸਭ ਕਪਟੋ ਕਰ ਜਾਣੈ। ਸੋ ਮਹਾਰਾਜ ਕਾਰਨ ਕੀ ਹੈ ਜੀ, ਇਹਦਾ ਦੱਸ ਦਵੋ। ਹੋਰ ਕੋਈ ਕਾਰਨ ਵੀ ਹੋਵੇਗਾ, ਇਹ ਮਤ ਘਟਦੀ ਕਿਉਂ ਜਾਂਦੀ ਹੈ? ਕਹਿੰਦੇ ਅੰਦਰ ਕਪਟ, ਕਹਿੰਦੇ ਆਪਣੇ ਹਿਰਦੇ ਵਿੱਚ ਛਲ ਹੈ। ਸੁਭਾਅ ਕੀ ਬਣਿਆ ਹੋਇਆ ਹੈ ਕਿ ਹੰਸਾਂ ਦੇਖ ਤਰੰਦਿਆਂ ਬਗਾ ਪੇ ਆਇਆ ਚਾਓ, ਡੂਬ ਮੂਏ ਬਗ ਬੱਪੜੇ ਸਿਰ ਤਲ ਉੱਪਰ ਪਾਓ। ਹੰਸਾਂ ਨੂੰ ਤਰਦਿਆਂ ਵੇਖ ਕਰਕੇ ਪਾਣੀ 'ਚ ਬਗਲੇ ਦਾ ਵੀ ਚਿੱਤ ਕੀਤਾ, ਮੈਂ ਵੀ ਤਾਰੀ ਲਾ ਕੇ ਵੇਖਾਂ ਭਲਾ ਪਾਰ ਹੋਇਆ ਜਾਂਦਾ ਨਹੀਂ। ਰੰਗ ਮੇਰਾ ਵੀ ਚਿੱਟਾ ਹੈ, ਵੇਖ ਖੰਭ ਮੇਰੇ ਵੀ ਹਨ, ਪਰ ਜਦੋਂ ਤਾਰੀ ਲਾਉਣ ਦਾ ਯਤਨ ਕੀਤਾ ਬਗਲਾ ਤੇ ਵਿਚਾਰਾ ਬਗਲਾ ਹੀ ਸੀ ਨਾ, ਓੜ ਕੇ ਡੁੱਬ ਗਿਆ। ਇਵੇਂ ਹੀ ਪਤੰਗਿਆਂ ਨੂੰ ਵੇਖ ਕਰਕੇ, ਪਤੰਗਿਆਂ ਦਾ ਸਰੀਰ ਵੇਖਿਆ, ਟੱਡਿਆਂ ਦੇ ਚਿੱਤ 'ਚ ਵੀ ਉਤਸ਼ਾਹ ਪੈਦਾ ਹੋ ਗਿਆ ਕਿ ਅਸੀਂ ਵੀ ਪਤੰਗੇ ਅਖਵਾ ਸਕਦੇ ਹਾਂ। ਪਤੰਗਿਆਂ ਨਾਲ ਜਾ ਕੇ ਲੜਾਈਆਂ ਸ਼ੁਰੂ ਕਰ ਦਿੱਤੀਆਂ। ਕਹਿਣ ਲੱਗਾ ਪਤੰਗਿਓ ਬਹਿ ਜਾਓ ਟਿਕ ਕਰਕੇ, ਜਿਹੋ ਜੇ ਤੁਸੀਂ ਉਹੋ ਜੇ ਅਸੀਂ, ਤੁਹਾਡੇ ਤੇ ਸਾਡੇ ਵਿੱਚ ਫਰਕ ਕੀ ਹੈ? ਕਈ ਪੁੱਛਦੇ ਜੀ ਤੁਸੀਂ ਬੜਾ ਕਰੜਾ ਬੋਲਦੇ ਜੇ। ਸੋ ਆ ਜਿਹੜੇ ਅਕਾਲੀ ਨੇ, ਆ ਜਿਹੜੇ ਸਿੱਖ ਨੇ, ਇਹ ਕਿਸੇ ਨੂੰ ਲਾਗੇ ਨਹੀਂ ਬਹਿਣ ਦਿੰਦੇ। ਕਾਰਨ ਕੀ ਹੈ ਜੀ? ਤੁਸੀਂ ਕਰੜਾ ਕੇ ਬਹੁਤਾ ਬੋਲਦੇ ਹੋ, ਉਹਦਾ ਕਾਰਨ ਹੈ ਭਾਈ ਕਰੜੇ ਨਹੀਂ ਬੋਲਦੇ। ਮਾਣ ਹੈ ਕਿ ਅਸੀਂ ਗੁਰੂ ਕੇ ਸਿੰਘ ਹਾਂ, ਇਹ ਕਰੜਾਪੁਣਾ ਨਹੀਂ ਹੈ। ਹਾਂ ਅਸੀਂ ਵੀ ਤੁਹਾਡੇ ਵਰਗੇ ਹੀ ਹਾਂ, ਵੇਖੋ ਅਸੀਂ ਗੁਰੂ ਨਾਨਕ ਕੇ ਸਿੱਖ ਨਹੀਂ। ਸੋ ਇਸੇ ਤਰੀਕੇ ਦੀ ਕਥਾ ਸੁਣਾਉਂਦੇ ਨੇ ਕਿ ਪਤੰਗੇ ਨੂੰ ਜਾ ਕੇ ਟੱਡੇ ਨੇ ਘੇਰ ਲਿਆ। ਕਹਿਣ ਲੱਗਾ ਓਏ ਪਤੰਗਿਆ, ਤੇਰੇ ਤੇ ਮੇਰੇ 'ਚ ਫਰਕ ਕੀ? ਵੇਖ ਉਹੋ ਜਿਹਾ ਮੈਂ ਉਹੋ ਜਿਹਾ ਤੂੰ। ਦੁਨੀਆ ਦੇ ਲੋਕ ਕਿਉਂ ਕਹਿੰਦੇ ਪਤੰਗੇ ਦਾ ਪ੍ਰੇਮ ਬੜਾ ਸੱਚਾ ਤੇ ਮੇਰਾ ਝੂਠਾ? ਕਹਿਣ ਲੱਗੇ ਭਰਾਵਾ ਇਵੇਂ ਪਤਾ ਨਹੀਂ ਲੱਗਣਾ। ਕਹਿੰਦਾ ਪਤਾ ਲਾਉਣ ਲਈ ਮੁਕਾਬਲਾ ਕਰ ਲੈਂਦੇ ਆਪਾਂ, ਮੁਕਾਬਲਾ ਕਰਕੇ ਵੇਖ ਲਾ। ਕਹਿੰਦੇ ਚੰਗਾ ਭਾਈ ਮੁਕਾਬਲਾ ਕਰ ਲੈਂਦੇ। ਕਹਿੰਦੇ ਉਹ ਜਿਹੜਾ ਲਾਗ ਦਾ ਘਰ ਹੈ ਨਾ, ਜਾ ਉੱਥੇ ਜਾ ਕੇ ਵੇਖ ਕੇ ਆ ਦੀਵਾ ਜਗਦਾ। ਕਹਿੰਦਾ ਐਵੇਂ ਨਹੀਂ, ਤੂੰ ਨਾਲ ਚੱਲ। ਕਹਿੰਦਾ ਫਿਰ ਮੈਂ ਨਾਲ ਚਲਾ ਗਿਆ ਤੇ ਇਹ ਫੈਸਲਾ ਹੋਣਾ ਨਹੀਂ। ਕਹਿੰਦੇ ਠੀਕ ਹੈ। ਕਹਿੰਦੇ ਆਪਣੇ ਨਿਆਣੇ ਨੂੰ ਘੱਲ ਦੇ, ਮੁੰਡਾ ਆਪਣਾ ਨਾਲ ਘੱਲ ਦੇ। ਕਹਿੰਦਾ ਆਹ ਬਾਤ ਵਧੀਆ। ਕਹਿੰਦੇ ਮੇਰਾ ਕਾਕਾ ਨਾਲ ਲੈ ਜਾ। ਦੂਜੇ ਪਤੰਗੇ ਨੂੰ ਨਾਲ ਲੈ ਕੇ ਉੱਡਿਆ। ਬੜੀ ਛੇਤੀ ਨਾਲ ਟੱਡਾ ਵਾਪਸ ਆਣ ਕੇ ਕਹਿਣ ਲੱਗਾ ਹਾਂ ਭਾਈ ਜਗਦਾ ਸੀ ਉੱਥੇ ਦੀਵਾ। ਸੋ ਮਨ 'ਚ ਵਿਚਾਰ ਕਰਨ ਲੱਗਾ। ਕਹਿੰਦਾ ਅੱਛਾ ਦੀਵਾ ਜਗਦਾ? ਕਹਿੰਦੇ ਬੈਠ ਮੈਂ ਵੀ ਆਉਣਾ। ਪਤੰਗੇ ਨੇ ਵੀ ਅਡਾਰੀ ਮਾਰ ਦਿੱਤੀ। ਨਾ ਪਿਓ ਮੁੜਿਆ ਨਾ ਪੁੱਤ ਮੁੜਿਆ, ਉੱਥੇ ਬੈਠਾ ਹੀ ਮਨ 'ਚ ਸੋਚੀ ਜਾਵੇ। ਕਹਿੰਦਾ ਝੂਠੇ ਸੀ ਵੇਖ ਲਾ, ਦੋਵੇਂ ਹੀ ਭੱਜ ਗਏ। ਦੋਵੇਂ ਮੇਰੇ ਮੱਥੇ ਨਹੀਂ ਸੀ ਲੱਗ ਸਕਦੇ। ਸੋ ਦੂਜਿਆਂ ਨੂੰ ਇਕੱਠੇ ਕਰਕੇ ਕਹਿਣ ਲੱਗਾ, ਕਹਿੰਦਾ ਵਾ ਪਤੰਗਿਆਂ ਨਾਲ ਸ਼ਰਤ ਲਾਈ, ਦੋਵੇਂ ਦੇ ਦੋਵੇਂ ਮੇਰੇ ਕੋਲੋਂ ਹਾਰ ਗਏ। ਆਪਣੇ ਕੋਲ ਵੀ ਕਈ ਆਉਂਦੇ ਨਾ, ਕਹਿੰਦੇ ਹਰਾ ਕੇ ਆਏ ਅੱਜ ਸਿੱਖਾਂ ਨੂੰ ਹਰਾ ਕੇ। ਕਹਿੰਦੇ ਦੋਵੇਂ ਹੀ ਹਾਰ ਗਏ ਨੇ। ਕਹਿੰਦੇ ਅੱਛਾ ਜੀ ਦੋਵੇਂ ਹੀ ਹਾਰ ਗਏ, ਕੀ ਹੋਇਆ? ਕਹਿੰਦੇ ਆਹ ਸ਼ਰਤ ਲੱਗੀ ਸੀ। ਉਹ ਕਹਿਣ ਲੱਗੇ ਬੇਵਕੂਫਾ ਹਾਰੇ ਨਹੀਂ, ਜਿੱਥੇ ਲਾਟ ਬਲਦੀ ਹੋਵੇ ਉਹਦੀ ਪ੍ਰੀਤ ਵੇਖ ਕਰਕੇ ਪਤੰਗਾ ਕਦੀ ਵਾਸਤੇ ਵਾਪਸ ਮੁੜਦਾ ਹੀ ਨਹੀਂ। ਉੱਥੇ ਹੀ ਆਪਣੇ ਆਪ ਨੂੰ ਜਾਲ ਕੇ ਤੇ ਸਵਾਹ ਕਰ ਲੈਂਦਾ। ਇਹ ਉਹਦੀ ਸੱਚੀ ਤੇ ਸੁੱਚੀ ਪ੍ਰੀਤ ਹੈ। ਟੱਡਿਆ ਤੂੰ ਟੱਡਾ ਹੀ ਰਹਿਣਾ, ਕਦੀ ਪਤੰਗਾ ਬਣ ਹੀ ਨਹੀਂ ਸਕਦਾ। ਤੇਰੇ ਸੁਭਾਅ ਵਿੱਚ ਹੀ ਨਹੀਂ ਹੈ ਇਹ, ਤੇਰਾ ਜੀਵਨ ਹੀ ਇਹ ਨਹੀਂ ਹੈ। ਕਿਉਂ? ਅੰਤਰ ਕਪਟ, ਅੰਦਰ ਹਿਰਦੇ ਵਿੱਚ ਤੇਰੇ ਕਪਟ ਹੈ। ਸੋ ਅੰਦਰ ਜਿਹੜਾ ਕਪਟ ਹੈ, ਅੰਦਰ ਤੇ ਝੂਠ ਹੈ, ਛਲ ਹੈ। ਅੰਦਰ ਤੇ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਗੁਰੂ ਕੀਆਂ ਸੰਗਤਾਂ ਦਾ ਧਨ ਇਕੱਠਾ ਕਰਕੇ ਘਰ ਨੂੰ ਖਾਣਾ। ਕਹਿੰਦੇ ਅੰਦਰ ਕਪਟ ਕਪਟੋ ਕਰ ਜਾਣੇ। ਆਪ ਕਪਟੀ ਹੈ ਤੇ ਦੂਸਰਿਆਂ ਨੂੰ ਵੀ ਕਪਟੀ ਮੰਨਦਾ, ਦੂਸਰਿਆਂ ਨੂੰ ਵੀ ਇਹੋ ਮੰਨਦਾ। ਸਾਰੇ ਠਾਗੀ ਤੁਰੇ ਫਿਰਦੇ ਹਨ। ਇਹ ਸੁਭਾਅ ਬਣਿਆ ਹੋਇਆ ਮਨਮੁਖ ਦਾ, ਜਿਹਨੂੰ ਸਾਡੇ ਬਜ਼ੁਰਗ ਬੜੇ ਸੌਖੇ ਜਿਹੇ ਢੰਗ ਦੇ ਨਾਲ ਇਹਦੇ ਅਰਥ ਸਮਝਾ ਦਿੰਦੇ ਨੇ। ਕਹਿੰਦੇ ਭਊ ਜੈਸੀ ਦ੍ਰਿਸ਼ਟੀ ਵੈਸੀ ਬਿਰਤੀ। ਜਿਹੋ ਜਿਹੀਆਂ ਆਪਣੀਆਂ ਅੱਖਾਂ 'ਚੋਂ ਦਿਸਦਾ ਉਹੋ ਜਿਹੇ ਦੂਸਰਿਆਂ ਨੂੰ ਵੇਖੀ ਜਾਂਦਾ ਹੈ ਜੇ। ਕਪਟੇ ਖਪੇ ਖਪਾਹੀ, ਕਹਿੰਦੇ ਕਪਟ ਦੇ ਵਿੱਚ ਹੀ ਖਪ ਰਿਹਾ ਹੈ ਦਿਨ ਪ੍ਰਤੀ। ਸਤਿਗੁਰ ਕਾ ਭਾਣਾ ਚਿਤ ਨਾ ਆਵੈ। ਭਾਣਾ ਨਾਮ ਹੈ ਹੁਕਮ ਦਾ। ਕਹਿੰਦੇ ਗੁਰੂ ਸਾਹਿਬ ਜੀ ਦਾ ਜਿਹੜਾ ਭਾਣਾ ਹੁਕਮ ਹੈ ਨਾ, ਹੁਕਮ ਕੀ ਸੀ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ
ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਿਓ ਚਾਹੈ ਖੋਜ ਸ਼ਬਦ ਮੈਂ ਲੇਹ। ਤੇ ਫਿਰ ਕੀ ਮਹਾਰਾਜ ਚਾਹੁੰਦੇ ਤੇ ਅਸੀਂ ਰਾਜ ਸਾਂ, ਤੁਸੀਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ, ਬਚਨ ਕੀਤੇ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ। ਪਰ ਕਦੋਂ? ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨੋਗੇ। ਮਹਾਰਾਜ ਗੁਰੂ ਸਾਹਿਬ ਜੀ ਨੂੰ ਮੰਨਣ ਲਈ ਹੋਰ ਕੀ ਕਰਨਾ ਚਾਹੀਦਾ? ਕਹਿੰਦੇ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਜਿਹੜਾ ਰਹਿਤ ਵਿੱਚ ਰਵੇਗਾ, ਜਿਹੜਾ ਪੰਜਾਂ ਕਕਾਰਾਂ ਦੀ ਰਹਿਤ ਦਾ ਧਾਰਨੀ ਹੋਵੇਗਾ, ਜਿਨਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਵੇਗਾ, ਕਿਰਪਾਲੂ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨੂੰ ਹੀ ਸਿੱਖ ਕਿਹਾ ਜਾ ਸਕਦਾ, ਦੂਸਰੇ ਨੂੰ ਸਿੱਖ ਹੀ ਨਹੀਂ ਕਿਹਾ ਜਾ ਸਕਦਾ। ਰਹਿਣੀ ਰਹੇ ਸੋਈ ਸਿੱਖ ਮੇਰਾ, ਇਹ ਭਾਣਾ ਹੁਕਮ ਹੈ। ਮਹਾਰਾਜ ਕਹਿੰਦੇ ਸਤਿਗੁਰ ਕਾ ਭਾਣਾ, ਜਿਹੜਾ ਗੁਰਦੇਵ ਜੀ ਦਾ ਭਾਣਾ ਹੁਕਮ ਸੀ ਨਾ, ਉਹ ਤੇ ਭਾਈ ਚਿੱਤ ਨਾ ਆਵੇ, ਉਹ ਤੇ ਚਿੱਤ ਵਿੱਚ ਆਉਂਦਾ ਹੀ ਨਹੀਂ, ਕਦੀ ਚੇਤੇ ਵਿੱਚ ਆਇਆ ਹੀ ਨਹੀਂ। ਉਹ ਤੇ ਕਦੀ ਹਿਰਦੇ ਕਰਕੇ ਵਿਚਾਰ ਹੀ ਨਹੀਂ ਕੀਤੀ ਕਿ ਗੁਰੂ ਕਾ ਹੁਕਮ ਮੰਨਣਾ ਚਾਹੀਦਾ, ਮੈਨੂੰ ਸਿੱਖੀ ਧਾਰਨ ਕਰਨੀ ਚਾਹੀਦੀ ਹੈ। ਸਿੱਖ ਤੇ ਅਖਵਾਈ ਜਾਣਾ, ਜੇ ਪੰਜਾਂ ਕਕਾਰਾਂ ਦੀ ਰਹਿਤ ਧਾਰਨ ਨਹੀਂ ਕੀਤੀ ਤੇ ਕੀ ਕਹਿਣਗੇ ਦੁਨੀਆ ਦੇ ਲੋਕ? ਦੁਨੀਆ ਦੇ ਲੋਕਾਂ ਨੂੰ ਤੇ ਕਹਿਣਾ ਮੇਰਾ ਗੁਰੂ ਬੜਾ ਵੱਡਾ ਹੈ, ਪਰ ਕੋਈ ਇਹ ਵੀ ਪੁੱਛ ਸਕਦਾ ਸਿੱਖਾ ਜੇ ਏਡਾ ਵੱਡਾ ਸੀ ਤੇ ਤੂੰ ਭਲਾ ਉਹਦੀ ਸਿੱਖੀ ਧਾਰਨ ਕਿਉਂ ਨਹੀਂ ਕੀਤੀ? ਜੇ ਗੁਰੂ ਨੇ ਇੰਨੇ ਪਰਉਪਕਾਰ ਕੀਤੇ ਨੇ, ਇਹ ਤੇ ਦੱਸਣਾ ਚਾਹੁੰਦਾ ਹੈ। ਕਹਿੰਦਾ ਜੀ ਸਾਰੇ ਪਿੱਛੇ ਹਟ ਜਾਵੋ, ਮੂੰਹ ਤੋਂ ਦਾੜਾ ਕੱਟਿਆ ਹੋਇਆ ਏ, ਸਿਰ ਤੇ ਦਸਤਾਰ ਬੰਨਣ ਦੀ ਚੰਗੀ ਤਰ੍ਹਾਂ ਆਗਿਆ ਨਹੀਂ, ਪਤਾ ਨਹੀਂ। ਕਹਿਣ ਲੱਗਾ ਸਾਰੇ ਸਿੱਖਾਂ ਨੂੰ ਮੈਂ ਸਮਝਾਵਾਂਗਾ। ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਿਆਰ ਨੂੰ ਮੈਂ ਮਾਣ ਕੇ ਦੱਸਦਾ ਕਿਵੇਂ ਦਾ। ਜੇ ਭਾਈ ਸਿੱਖਾ ਕੋਈ ਬਾਂਹ ਫੜ ਕੇ ਪੁੱਛ ਲੇ ਕਿ ਜਿਸ ਗੁਰੂ ਦੀ ਇੰਨੀ ਬਾਤ ਕਰਨ ਲੱਗਾ ਹੈ, ਜੇ ਸਿੱਖਾਂ ਨੂੰ ਸਮਝਾਉਣ ਦਾ ਯਤਨ ਕਰਦਾ ਹੈ, ਆਪਣੀ ਬੂਥੀ ਵੇਖੀ ਪਊ, ਕੀ ਤੇਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਰਲਦੀ ਹੈ? ਕੀ ਤੇਰੇ ਗਾਤਰੇ ਕਿਰਪਾਨ ਹੈ? ਤੂੰ ਗੁਰੂ ਕਾ ਸਿੱਖ ਖਵਾਉਣ ਦੇ ਯੋਗ ਹੈ? ਫਿਰ ਕਹਿੰਦਾ ਜੀ ਮੇਰੇ ਨਾਲ ਧੱਕਾ ਕੀਤਾ। ਨਹੀਂ ਭਾਈ, ਜੇ ਗੁਰੂ ਕਾ ਸਿੱਖ ਖਵਾਉਣ ਦਾ ਚਾਹ ਹੈ ਤੇ ਮਹਾਰਾਜ ਕਹਿੰਦੇ ਜੇ ਸਤਿਗੁਰੂ ਸਾਹਿਬ ਜੀ ਦਾ ਭਾਣਾ ਚਿੱਤ ਵਿੱਚ ਨਹੀਂ ਨਾ ਆਉਂਦਾ ਤੇ ਫਿਰ ਤੈਨੂੰ ਸਿੱਖ ਕਿਹਾ ਹੀ ਨਹੀਂ ਜਾ ਸਕਦਾ, ਜੇ ਗੁਰੂ ਕਾ ਹੁਕਮ ਨਹੀਂ ਮੰਨਦਾ। ਜੇ ਆਪਣੇ ਸੁਆਏ ਫਿਰਾਹੀ, ਤੇ ਮਹਾਰਾਜ ਫਿਰ ਇਹ ਕਰਨ ਕੀ ਆਇਆ? ਕਰਨ ਕਹਿੰਦੇ ਆਪਣੇ, ਇਹ ਤੇ ਸੰਗਤ ਵਿੱਚ ਆਇਆ ਸੀ। ਮਹਾਰਾਜ ਤੁਸੀਂ ਕਹਿੰਦੇ ਹੁਕਮ ਨਹੀਂ ਮੰਨਦਾ, ਸਿੱਖ ਖਵਾਈ ਜਾਂਦਾ, ਇਹ ਕਿੱਧਰ ਆਇਆ? ਕਹਿੰਦੇ ਆਪਣਾ ਸੁਆਏ ਫਿਰਾਹੀ, ਆਪਣੇ ਸਵਾਰਥ ਵਾਸਤੇ ਫਿਰ ਰਿਹਾ ਸੰਗਤ ਵਿੱਚ। ਇਹਦਾ ਆਪਣਾ ਪ੍ਰਯੋਜਨ ਕੋਈ ਹੋਵੇਗਾ, ਇਹ ਆਪਣੀ ਜਿਹੜੀ ਮਨ ਦੀ ਇੱਛਾ ਉਹ ਪੂਰੀ ਕਰਨ ਵਾਸਤੇ ਆਇਆ, ਆਪਣਾ ਲਾਭ ਲੈਣ ਵਾਸਤੇ ਆਇਆ ਹੈ। ਇਹਦਾ ਕੋਈ ਹੋਰ ਕੰਮ ਨਹੀਂ। ਇਹ ਜਿਹੜਾ ਸਰੂਪ ਬਣਾ ਕਰਕੇ ਆਇਆ ਕੇਵਲ ਤੇ ਕੇਵਲ ਇਹਦਾ ਆਪਣਾ ਸਵਾਰਥ ਹੈ। ਜੇ ਕਿਰਪਾ ਕਰੇ ਜੇ ਆਪਣੀ, ਮਹਾਰਾਜ ਜੇ ਇਹੋ ਜਿਹੇ ਭੁੱਲੜ ਤੇ ਵੀ ਆਪ ਜੀ ਕੋਈ ਬਖਸ਼ਿਸ਼ ਕਰ ਸਕਦੇ ਜੇ, ਕੋਈ ਦਿਆਲਤਾ ਕਰੋ। ਮਹਾਰਾਜ ਜਦੋਂ ਇਹ ਆਪ ਜੀ ਦੇ ਬਚਨ ਸੁਣੇ, ਮੇਰੀ ਸਾਰੀ ਜ਼ਿੰਦਗੀ ਮੇਰੀਆਂ ਅੱਖਾਂ ਅੱਗੋਂ ਲੰਘ ਗਈ ਜੀ। ਮੈਨੂੰ ਪਤਾ ਲੱਗਾ ਮੈਂ ਇੱਕ ਕਪਟੀ ਵੀ ਹਾਂ, ਮੈਂ ਆਪ ਜੀ ਦਾ ਹੁਕਮ ਵੀ ਨਹੀਂ ਮੰਨਦਾ। ਕਕਾਰ ਭਾਵੇਂ ਪਾਏ ਹੋਏ ਨੇ, ਪਰ ਹੁਕਮ ਮੰਨਣ ਦੀ ਫਿਰ ਵੀ ਮੇਰੇ ਚਿੱਤ ਵਿੱਚ ਕੋਈ ਲਾਲਸਾ ਇੱਛਾ ਨਹੀਂ। ਮਹਾਰਾਜ ਸਾਰੀ ਮੇਰੀ ਜ਼ਿੰਦਗੀ ਅੱਖਾਂ ਅੱਗੋਂ ਦੀ ਲੰਘ ਗਈ। ਮਹਾਰਾਜ ਕੋਈ ਕਿਰਪਾ ਕਰੋ। ਕਹਿਣ ਲੱਗੇ ਕਿਰਪਾ ਕਰੇ ਜੇ ਆਪਣੀ, ਜੇ ਭਾਈ ਗੁਰੂ ਸਾਹਿਬ ਜੀ ਆਪਣੀ ਕਿਰਪਾ ਕਰ ਦੇਣ ਤਾਂ ਨਾਨਕ ਸ਼ਬਦ ਸਮਾਹੀ, ਤਾਂ ਭਾਈ ਸੋ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਸੰਗਤ ਦਾ ਮਲਾਪੀ ਹੋ ਕਰਕੇ ਸ਼ਬਦ ਵਿੱਚ ਅਭੇਦ ਹੋ ਜਾਂਦਾ ਹੈ। ਜੇ ਮਹੱਲਾ ਚੌਥਾ, ਮਨ ਮੁਖ ਮਾਇਆ ਮੋਹਿ ਵਿਆਪੇ। ਸੋ ਮਹਾਰਾਜ ਕਹਿੰਦੇ ਜਿਹੜੇ ਮਨਮੁਖ ਹਨ ਉਹ ਭਾਈ ਮਾਇਆ ਦੇ ਮੋਹ ਵਿੱਚ ਲੰਪਟ ਹੋਏ ਹਨ। ਦੂਜੈ ਭਾਏ ਮਨੁਆ ਥਿਰ ਨਾਹੀ, ਦਵੈਤ ਭਾਵ ਵਿੱਚ ਲੱਗਿਆ ਹੋਇਆਂ ਦੀ, ਦੂਜੇ ਭਾਵ ਵਿੱਚ ਲੱਗਿਆ ਹੋਇਆਂ ਦਾ ਮਨੁਆ ਅਸਥਿਰ ਨਹੀਂ ਹੋ ਸਕਦਾ। ਕਦੀ ਵਾਸਤੇ ਮਨ ਟਿਕਦਾ ਹੀ ਨਹੀਂ ਹੈ। ਮਨ ਟਿਕੇਗਾ ਤਾਂ ਭਾਈ ਸੋ ਜਿਵੇਂ ਕਿੱਲੀ ਦੇ ਨਾਲ ਲੱਗੇ ਹੋਏ ਦਾਣੇ ਬਚ ਜਾਂਦੇ ਨੇ ਪੀਸਣ ਤੋਂ, ਚੱਕੀ ਪੀ ਰਹੀ ਹੁੰਦੀ ਹੈ ਪਰ ਜਿਹੜੇ ਕਿੱਲੀ ਨਾਲ ਲੱਗ ਜਾਣ ਉਹ ਬਚ ਜਾਂਦੇ ਹਨ। ਐਵੇਂ ਜਿਹੜਾ ਮਨ ਰੂਪੀ ਦਾਣਾ ਸਾਧ ਸੰਗਤ ਰੂਪੀ ਕਿੱਲੀ ਨਾਲ ਲੱਗਿਆ ਹੋਵੇਗਾ ਉਹ ਬਚ ਜਾਵੇਗਾ, ਪੀਸਣ ਤੋਂ ਟਿਕ ਜਾਵੇਗਾ। ਅਸਥਿਰਤਾ ਤੇ ਤਾਂ ਹੋਵੇਗੀ ਜੇ ਭਰੋਸਾ ਹੋਵੇਗਾ, ਜੇ ਪ੍ਰਤੀਤ ਹੋਵੇਗੀ। ਜੇ ਪ੍ਰਤੀਤ ਹੈ, ਜੇ ਭਰੋਸਾ ਹੈ, ਭਾਈ ਮੇਰੇ ਸਤਿਗੁਰੂ ਸਾਹਿਬ ਜੀ ਗੁਰ ਮੇਰੇ ਸੰਗ ਸਦਾ ਹੈ ਨਾਲੇ, ਜੇ ਇਹ ਪ੍ਰਤੀਤ ਭਰੋਸਾ ਆ ਗਿਆ ਤੇ ਫਿਰ ਮਨ ਕਦੀ ਡੋਲੇਗਾ ਨਹੀਂ। ਫਿਰ ਦੁੱਖ ਤੇ ਸੁੱਖ ਇੱਕੋ ਸਮ੍ਰਿਤੀ ਵਿੱਚ ਗੁਰੂ ਕਾ ਸਿੱਖ ਮੰਨ ਲੈਂਦਾ। ਫਿਰ ਗੁਰਦੇਵ ਕਿਰਪਾ ਕਰਕੇ ਆਪ ਦਿਆਲਤਾ ਕਰਕੇ ਮਨਾ ਲੈਂਦੇ ਨੇ ਆਪਣਾ ਭਾਣਾ।
ਪਰ ਕਦੋਂ? ਜਦੋਂ ਸਤਿਗੁਰੂ ਸਾਹਿਬ ਜੀ ਤੇ ਭਰੋਸਾ ਹੋਵੇ। ਤੇ ਜੇ ਭਾਈ ਆਪਣੀ ਬੁੱਧੀ ਤੇ ਭਰੋਸਾ ਹੈ ਫਿਰ ਕੀ ਕਰਦਾ ਹੈ? ਜੇ ਕੋਈ ਚੰਗਾ ਹੋ ਗਿਆ ਤੇ ਕਹਿੰਦਾ ਭਾਊ ਇਹ ਸਾਰੀ ਗੱਲ ਦੱਸੀ ਸੀ ਤਾਂ ਚੰਗਾ ਹੋਇਆ। ਜੇ ਮਾੜਾ ਹੋ ਗਿਆ ਕਹਿੰਦਾ ਮੈਂ ਪਹਿਲਾਂ ਹੀ ਕਿਹਾ ਸੀ, ਇਹ ਤੁਸੀਂ ਜ਼ੋਰ ਲਾਈ ਜਾਂਦੇ ਸੀ ਕਰ ਕਰ, ਮੈਂ ਤੇ ਪਹਿਲਾਂ ਹੀ ਕਿਹਾ ਸੀ ਇਹ ਕੰਮ 'ਚ ਵਿਗਾੜ ਪੈ ਜਾਣਾ। ਮਨੁਆ ਥਿਰ ਨਹੀਂ ਹੈ, ਕਦੀ ਵਾਸਤੇ ਮਨ ਦੀ ਕਲਪਨਾ ਮਿਟਦੀ ਨਹੀਂ। ਪਰ ਜੇ ਗੁਰੂ ਕੇ ਸਿੱਖ ਦੇ ਅੰਦਰ ਪ੍ਰਤੀਤ ਭਰੋਸਾ ਹੈ ਫਿਰ ਭਾਈ ਜਿਹੜੇ ਵੀ ਕਾਰਜ ਨੂੰ ਗਿਆ, ਜੋ ਕੁਛ ਕੀਆ ਸੋ ਹਰਿ ਕੀਆ, ਇਹ ਅਵਸਥਾ ਬਣ ਜਾਂਦੀ ਹੈ ਜੀ। ਆਨ ਦਿਨ ਜਲਤ ਰਹੇ ਦਿਨ ਰਾਤੀ। ਕਹਿੰਦੇ ਭਾਈ ਮਨਮੁਖ ਮਾਇਆ ਮੋਹ ਵਿਆਪੈ, ਸੋ ਥਿਰ ਨਹੀਂ ਹੈ ਮਨ ਜਿਹੜਾ ਹੈ, ਸੋ ਅਣਦਿਨ ਜਲਤ ਰਹੇ ਦਿਨ ਰਾਤੀ। ਅਣਦਿਨ ਦਿਨ ਪਰ ਰਾਤ ਜਿਹੜਾ ਮਨ ਇਹ ਜਲਦਾ ਰਹਿੰਦਾ। ਸਰੀਰ ਕਰਕੇ ਵੀ ਸੜਦੇ ਰਹਿੰਦੇ ਹਨ। ਕਿਉਂ ਜੀ? ਸਭ ਨਾਲੋਂ ਵੱਡੀ ਤ੍ਰਿਸ਼ਨਾ ਰੂਪੀ ਅਗਨੀ ਜਿਹੜੀ ਮਨਮੁਖ ਨੂੰ ਲੱਗੀ ਹੋਈ ਹੈ। ਹਉ ਮੈਂ ਖਪੇ ਖਪਾਹੇ। ਕਾਰਨ ਕੀ? ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਬਖਸ਼ਿਸ਼ ਕਰਦੇ ਨੇ, ਕਹਿੰਦੇ ਹਉਮੈ ਦੇ ਵਿੱਚ ਮੈਂ ਵੱਡਾ ਹਾਂ, ਮੈਂ ਵੱਡਾ, ਇਹਦੇ ਵਿੱਚ ਹੀ ਖਪ ਖਪ ਕੇ ਮਰ ਗਏ ਵੱਡੇ ਮਨਮੁਖ। ਅੰਤਰ ਲੋਭ ਮਹਾ ਗੁਬਾਰਾ। ਕਹਿੰਦੇ ਅੰਤਰ ਹਿਰਦੇ ਕਰਕੇ ਲੋਭ ਲੱਗਾ, ਬਹੁਤਾ ਮਹਾ ਗੁਬਾਰ ਹਨੇਰਾ ਹੈ ਜੀ। ਅਗਿਆਨਤਾ ਦਾ ਵਿਰਾਗ ਤੇ ਵਿਵੇਕ ਰੂਪੀ ਨੇਤਰ ਪਾਸ ਨਹੀਂ ਹਨ। ਤਿਨ ਕੈ ਨਿਕਟ ਨ ਕੋਈ ਜਾਹੇ। ਤੇ ਐਸੇ ਮਨਮੁਖਾਂ ਦੇ ਕਹਿੰਦੇ ਕੋਈ ਨੇੜੇ ਵੀ ਨਹੀਂ ਜਾਂਦਾ। ਜਿਹੜਾ ਬਹੁਤਾ ਮੈਂ ਕਰੀ ਜਾਵੇ ਨਾ, ਤੇ ਸਾਰੇ ਹੀ ਭਾਵੇਂ ਸਵਾਰਥ ਕਰਕੇ ਪਾਸ ਕੋਈ ਚਲਾ ਵੀ ਜਾਵੇ ਤੇ ਪਰੇ ਜਾ ਕੇ ਕਹਿੰਦੇ ਭਾਊ ਇਹਦੇ ਅੰਦਰ ਤੇ ਮੈਂ ਹੀ ਵੜੀ ਹੋਈ ਹੂੰ, ਇਹਦੇ ਤੋਂ ਤੇ ਦੂਰੀ ਚੰਗੀ ਨਾ। ਇਹਨੇ ਕਦੀ ਚੰਗੀ ਗੱਲ ਨਹੀਂ ਕੀਤੀ, ਹਰ ਥਾਂ ਤੇ ਮੈਂ ਹੀ ਕਰਦਾ ਰਹਿੰਦਾ। ਇਹਦਾ ਸੁਭਾਅ ਹੀ ਇਹੋ ਜਿਹਾ ਬਣ ਗਿਆ। ਕਹਿੰਦੇ ਉਹਦੇ ਨੇੜੇ ਹੀ ਕੋਈ ਨਹੀਂ ਜਾਂਦਾ, ਉਹਦੇ ਪਾਸ ਜਾਣੋਂ ਹੀ ਲੋਕ ਟਾਲਾ ਕਰ ਜਾਂਦੇ ਹਨ, ਪਾਸਾ ਕਰ ਜਾਂਦੇ ਹਨ। ਜਾਂਦੇ ਕਿਹਨਾਂ ਦੇ ਪਾਸ ਹਨ? ਜਿਹੜੇ ਭਾਈ ਤੂੰ ਕਰਦੇ ਨੇ। ਫਰਕ ਹੈ। ਹਉਮੈ ਇੱਕ ਮੈਂ ਕਰਨ ਵਾਲਾ ਹੈ। ਮਹਾਰਾਜ ਕਹਿੰਦੇ ਉਹ ਤੋਂ ਸਾਰੀ ਦੁਨੀਆ ਦੂਰ ਭੱਜਦੀ ਹੈ। ਜਿਹੜਾ ਤੂੰ ਕਰਨ ਵਾਲਾ ਉਹ ਕਹਿੰਦਾ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਪਾਤਸ਼ਾਹ ਜੀ ਜਦੋਂ ਆਪਾ ਪਰਕਾ ਤੇਰਾ ਮੇਰਾ ਮਿਟ ਹੀ ਗਿਆ ਸਾਰਾ, ਜਿੱਥੇ ਵੇਖਦਾ ਤੂੰ ਹੀ ਦਿੱਤਾ ਹਾਂ। ਉਹ ਜਿਹੜੇ ਤੂੰ ਕਰਨ ਵਾਲੇ ਨਾ, ਤੂੰ ਕਰਨ ਵਾਲੇ ਦੁਨੀਆ ਦੇ ਲੋਕ ਜਾ ਕੇ ਕਹਿੰਦੇ ਤੁਸੀਂ ਵੱਡੇ। ਉਹ ਕਹਿੰਦੇ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸਰੀਰ, ਜੋ ਕਿਛ ਕੀਆ ਸੋ ਹਰਿ ਕੀਆ, ਭਇਓ ਕਬੀਰ ਕਬੀਰ। ਪਰ ਦੂਜੇ ਪਾਸੇ ਮਹਾਰਾਜ ਕਹਿੰਦੇ ਦੁਨੀਆ ਉਹਨਾਂ ਦੇ ਲਾਗੇ ਨਹੀਂ ਜਾਣਾ ਚਾਹੁੰਦੀ ਜੀ। ਹੋਏ ਆਪ ਦੁਖੀ ਸੁਖ ਕਬਹੂ ਨਾ ਪਾਵਹਿ। ਉਹ ਆਪ ਦੁਖੀ ਹਨ, ਕਦੀ ਵਾਸਤੇ ਸੁਖ ਪਾ ਹੀ ਨਹੀਂ ਸਕਦੇ। ਤੇ ਮੈਂ ਆਪਣੀ ਜ਼ਿੰਦਗੀ ਇਹੋ ਜਿਹਾ ਮਨੁੱਖ ਵੇਖਿਆ ਹੈ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਨਾ ਜੀ ਇਹ ਨਾਸਤਿਕ ਹਨ, ਇਹ ਰੱਬ ਦੀ ਹੋਂਦ ਨੂੰ ਮੰਨਦੇ ਨਹੀਂ। ਉਹਨਾਂ ਦੇ ਪਾਸ ਬੈਠ ਜਾਵੋ ਅਜੋਕੀ ਭਾਸ਼ਾ 'ਚ, ਜਿਹਨੂੰ ਕਹਿੰਦੇ ਨਾ ਨੈਗੇਟਿਵ ਜ਼ੁਬਾਨ, ਨੈਗੇਟਿਵ ਭਾਸ਼ਾ। ਇਹਨਾਂ ਇੰਨੀਆਂ ਨੈਗੇਟਿਵ ਗੱਲਾਂ ਕਰਦੇ ਨੇ। ਉਹ ਤੁਹਾਡੇ ਨਹਾਉਣ ਤੋਂ ਲੈ ਕੇ ਤੁਹਾਡੇ ਸੌਣ ਤੱਕ ਇਹੋ ਹੀ ਦੱਸੀ ਜਾਂਦੇ ਭਾਊ ਜੇ ਐਵੇਂ ਨਹਾਉਂਦੇ ਰਹੇ ਨਾ ਤੇ ਓੜਕ ਦੁਨੀਆ ਮੁੱਕ ਜਾਣੀ। ਓੜਕ ਇੱਥੇ ਕੱਖ ਨਹੀਂ ਰਹਿਣਾ। ਇਹ ਵੀ ਦੱਸਦੇ ਨੇ ਕਿ ਜੇ ਐਵੇਂ ਨਹਾਈ ਗਏ ਸਾਬਣ ਲਾ ਕੇ ਇੰਨਾ ਪਾਣੀ ਨਾਸ ਹੋ ਜਾਣਾ ਹੀ। ਕਦੀ ਸ਼ਰਧਾ ਤੇ ਭਾਵਨਾ ਵਾਲੀ ਗੱਲ ਹੀ ਨਹੀਂ ਭਾਊ। ਜੇ ਐਵੇਂ ਪਾਣੀ ਪੀ ਗਏ ਤੇ ਲੋਕ ਤਾਂ ਵੀ ਇਹਨਾਂ ਦਾ ਬੇੜਾ ਗਰਕ ਹੋ ਜਾਣਾ। ਇਹੋ ਹੀ ਜ਼ਬਾਨ। ਜੇ ਐਵੇਂ ਸੌਂਦੇ ਰਹੇ ਨਾ ਤੇ ਤਾਂ ਵੀ ਲੋਕ ਮਾਰੀ ਜਾਣੇ, ਰਹਿਣਾ ਕੱਖ ਨਹੀਂ। ਤੇ ਉਹ ਭਲੇ ਮਾਨਸ ਨੂੰ ਓੜਕ ਦਾਸ ਨੇ ਬੇਨਤੀ ਕੀਤੀ, ਭਾਈ ਬਿਲਕੁਲ ਤੇਰੇ ਬਚਨ ਸਹੀ ਨੇ। ਮੇਰੇ ਗੁਰਦੇਵ ਜੀ ਨੇ ਪਹਿਲਾਂ ਹੀ ਬਚਨ ਕੀਤੇ ਹਨ, ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਕਹਿਣ ਲੱਗਾ ਕਾਕਾ ਛੋਟੀ ਜੀ ਉਦੋਂ ਮੇਰੀ ਉਮਰ ਸੀ, ਸਾਡੇ ਇਲਾਕੇ ਦਾ ਆੜਤੀਆ ਸੀ। ਕਹਿਣ ਲੱਗਾ ਮੈਂ ਤੈਨੂੰ ਇਹੋ ਹੀ ਗੱਲ ਤੇ ਮੈਂ ਤੈਨੂੰ ਦੱਸਦਾ ਵੀ ਰਹਿਣਾ ਇੱਥੇ ਕਿਸੇ ਨੇ ਨਹੀਂ, ਸਾਰਿਆਂ ਦਾ ਨਾਸ ਹੀ ਹੋ ਜਾਣਾ। ਹਰੇਕ ਸਮੇਂ ਭਾਈ ਕੀ ਹੈ, ਉਹ ਆਪ ਦੁਖੀ ਸੁਖ ਕਬਹੂ ਨਾ ਪਾਵੇ। ਇਸੇ ਚਿੰਤਾ 'ਚ ਕਦੀ ਵੀ ਹਿਰਦੇ ਵਿੱਚ ਚੜ੍ਹਦੀ ਕਲਾ ਆ ਹੀ ਨਹੀਂ ਸਕਦੀ। ਹਮੇਸ਼ਾ ਇਹੋ ਸੋਚੀ ਜਾਂਦੇ ਹਊਆ ਹੀ ਬਣਾ ਦਿੱਤਾ, ਆ ਵੀ ਭਾਈ ਮਾੜਾ ਹੀ ਹੋਣਾ ਹੈ, ਮਾੜਾ ਹੀ ਹੋਣਾ। ਆਪ ਦੁਖੀ ਹਨ, ਕਦੀ ਵਾਸਤੇ ਸੁਖ ਪਾ ਹੀ ਨਹੀਂ ਸਕਦੇ ਇਸ ਸੰਸਾਰ ਵਿੱਚ।
ਜਨਮ ਮਰਹਿ ਮਰ ਜਾਹੇ, ਜੰਮਦੇ ਤੇ ਮਰਦੇ ਰਹਿੰਦੇ ਹਨ। ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਭਾਈ ਸੱਚੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਬਖਸ਼ ਲੈਣ। ਜੇ ਗੁਰ ਚਰਣੀ ਚਿਤ ਲਾਏ। ਮਹਾਰਾਜ ਕਿਵੇਂ ਬਖਸ਼ੋਗੇ? ਕਹਿੰਦੇ ਜੇ ਗੁਰੂ ਕੇ ਚਰਨਾਂ ਨਾਲ ਚਿੱਤ ਅਜਿਹਾ ਮਨਮੁਖ ਵੀ ਲਾ ਲਵੇ ਤੇ ਉਹ ਵੀ ਬਖਸ਼ਿਆ ਜਾਵੇਗਾ ਜੀ। ਇਹ ਹੈ ਸੰਸਾਰ ਤੇ ਗੁਰੂ ਕੋਈ। ਸਾਰੀ ਅਵਸਥਾ ਦੱਸ ਦਿੱਤੀ, ਪੁੱਤ ਮੇਰਿਆ ਆ ਦੋਸ਼ ਹੀ ਤੇਰੇ ਵਿੱਚ ਆ ਤੇ ਪਾਤਸ਼ਾਹ ਜੇ ਮੈਨੂੰ ਬਖਸ਼ਣਾ ਚਾਹੋ ਤੇ ਬਖਸ਼ ਲਵੋਗੇ। ਕਹਿਣ ਲੱਗੇ ਜੇ ਮੇਰੇ ਬੱਚੇ ਗੁਰੂ ਕੇ ਚਰਨਾਂ ਨਾਲ ਚਿੱਤ ਲਾਵੇਂ ਨਾ ਪੁੱਤਰਾ, ਮੇਰੀਏ ਧੀਏ, ਮੇਰੀਏ ਬੱਚੀਏ, ਜੇ ਗੁਰੂ ਕੇ ਚਰਨਾਂ ਨਾਲ ਚਿੱਤ ਲਾਵੇਂ ਤੇ ਬਖਸ਼ੀ ਜਾ ਸਕਦੇ ਹਾਂ ਪੁੱਤ, ਬਖਸ਼ਿਆ ਜਾ ਸਕਦਾ ਹੈ। ਇਹੋ ਜਿਹਾ ਵੈਦ ਸੰਸਾਰ ਤੇ ਹੈ ਜਿਹੜਾ ਰੋਗ ਵੀ ਦੱਸੇ ਤੇ ਦਵਾਈ ਵੀ ਦਵੇ। ਐਸੇ ਸਤਿਗੁਰੂ ਧੰਨ ਮੇਰੇ ਗੁਰਦੇਵ ਹਨ। ਪੌੜੀ ਸੰਤ ਭਗਤ ਪਰਵਾਣ, ਜੋ ਪ੍ਰਭ ਪਾਇਆ। ਮਹਾਰਾਜ ਪੌੜੀ ਵਿੱਚ ਬਖਸ਼ਿਸ਼ ਕਰਦੇ ਨੇ। ਮਹਾਰਾਜ ਕਿਹੜੇ ਕਿਹੜੇ ਪ੍ਰਵਾਨ ਹਨ? ਕਹਿੰਦੇ ਸੰਤ ਪਰਮੇਸ਼ਰ ਦੇ ਪਿਆਰੇ, ਜਿਨ੍ਹਾਂ ਨੇ ਚਿੱਤ ਨੂੰ ਸ਼ਾਂਤ ਕਰ ਲਿਆ ਹੈ। ਭਗਤ, ਜਿਨ੍ਹਾਂ ਨੇ ਭੈ ਭਾਵਣੀ ਸਹਿਤ ਗਤ ਮੁਕਤੀ ਨੂੰ ਦੇਣ ਵਾਲੀ ਭਗਤੀ ਕੀਤੀ ਹੈ, ਉਹ ਪ੍ਰਵਾਨ ਹਨ। ਕੌਣ ਹਨ ਸੰਤ? ਸਤਿਗੁਰੂ ਸਾਹਿਬ ਜੀ ਦੇ ਪਾਸ ਆਉਣ ਦਾ ਮਹਾਤਮ ਕੀ ਹੈ? ਪਿਆਰੇ ਖਾਲਸਾ ਜੀ, ਦਾਸ ਨੇ ਪਹਿਲਾਂ ਹੀ ਬੇਨਤੀ ਕੀਤੀ, ਜੇ ਪ੍ਰਤੀਤ ਤੇ ਭਰੋਸਾ ਹੋਵੇ, ਗੁਰੂ ਕਾ ਪਾਵਨ ਇਤਿਹਾਸ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਪੜ੍ਹੀਏ। ਇੱਕ ਦਿਹਾੜੇ ਦੇ ਦੀਦਾਰ ਹੋਏ ਨੇ ਗੋਪਾਲ ਪਾਦਾ ਜੀ ਨੂੰ। ਇੱਕ ਦਿਨ ਮੇਰੇ ਸਤਿਗੁਰੂ ਸਾਹਿਬ ਜੀ ਪਾਸ ਰਹੇ, ਦੂਸਰੇ ਦਿਨ ਕੁਝ ਸਮੇਂ ਲਈ ਗਏ ਤੇ ਚਿੱਤ ਦੀ ਅਵਸਥਾ ਕੀ ਬਣ ਗਈ ਹੈ? ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਸ ਹਰ ਰੋਜ਼ ਕਈ ਗੁਰੂ ਕੇ ਸਿੱਖ ਦੀਦਾਰ ਕਰਦੇ ਹਨ। ਇਸ ਮੇਰੇ ਕਿਰਪਾਲੂ ਜੀ ਦੇ ਦਰਸ਼ਨਾਂ ਦੀ ਭਾਈ ਵੱਡੀ ਬਖਸ਼ਿਸ਼ ਕੀ ਹੈ? ਸੋ ਦੋ ਮਹਾਤਮਾ ਮਹਾਂਪੁਰਖ ਪੰਡਤ ਹਰਦਿਆਲ ਜੀ ਤੇ ਗੋਪਾਲ ਪਾਦਾ ਜੀ ਬਾਬੇ ਤੇਜ ਭਾਣ ਦੇ ਖੂਹ ਤੇ ਬੈਠੇ ਇੱਕ ਦੂਜੇ ਨਾਲ ਵਿਚਾਰ ਕਰਦੇ ਨੇ। ਪੰਡਤ ਹਰਦਿਆਲ ਜੀ ਕਹਿੰਦੇ, ਪਾਦਾ ਜੀ ਮਹਿਤੇ ਜੀ ਦੇ ਪੁੱਤਰ ਨੇ ਕੀ ਬਖਸ਼ਿਸ਼ ਕੀਤੀ? ਤੇ ਗੋਪਾਲ ਪਾਦਾ ਜੀ ਕਹਿੰਦੇ, ਪੰਡਤ ਜੀ ਕੀ ਦੱਸਾਂ, ਉਹਨਾਂ ਦੇ ਕੁਝ ਘੜੀਆਂ ਦੇ ਦਰਸ਼ਨਾਂ ਦਾ ਇਹ ਫਲ ਹੈ, ਇਹ ਹਿਰਦਾ ਠੰਡਾ ਹੋ ਗਿਆ ਹੈ। ਕਹਿੰਦੇ ਕਿੰਨਾ? ਕਹਿੰਦੇ ਉਹ ਕਾਜੀ ਨੂਰਦੀਨ ਤੁਰਿਆ ਜਾਂਦਾ ਹੈ ਨਾ? ਕਹਿੰਦੇ ਹਾਂ। ਕਹਿੰਦੇ ਇਹਨੂੰ ਵੇਖ ਕੇ ਮੇਰਾ ਚਿੱਤ ਸੜਦਾ ਸੀ, ਹੁਣ ਮੇਰਾ ਚਿੱਤ ਕਰਦਾ ਇਹਨੂੰ ਆਗਾਹ ਹੋ ਕੇ ਜੱਫੀ ਪਾਵਾਂ। ਉਹ ਮੇਰੇ ਪਿਆਰੇ ਨੇ, ਇਹਨਾਂ ਨੂੰ ਵੀ ਦਰਸ਼ਨ ਦਿੱਤੇ ਨੇ। ਇਹ ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਦਾਸ ਨੇ ਪਹਿਲਾਂ ਬੇਨਤੀ ਕੀਤੀ ਸੀ, ਮਹਾਂਪੁਰਖਾਂ ਨੇ ਦੱਸਿਆ ਹੈ। ਕਹਿੰਦੇ ਗੁਰੂ ਸਾਹਿਬ ਜੀ ਨੂੰ ਮਹਾਨ ਮਨੁੱਖ ਕਹਿਣਾ ਐਵੇਂ ਹੈ ਜਿਵੇਂ ਆਪਾਂ ਗੁਰਬਾਣੀ 'ਚ ਪੜ੍ਹਦੇ, ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਣ ਵਡਾਈ। ਮਹਾਰਾਜ ਜਿਵੇਂ ਸੁਲਤਾਨ ਨੂੰ ਕੋਈ ਇਹ ਕਹਿ ਦੇਵੇ ਕਿ ਆਓ ਮੀਆਂ ਜੀ ਬੈਠ ਜਾਵੋ, ਇਹ ਸੁਲਤਾਨ ਦੀ ਨਿੰਦਿਆ ਹੈ, ਵਡਿਆਈ ਨਹੀਂ ਹੈ। ਮੇਰੇ ਸਤਿਗੁਰੂ ਸਾਹਿਬ ਜੀ ਦੇ ਇੱਕ ਦਿਹਾੜੇ ਦੀਦਾਰ ਦੀ ਕਥਾ ਭਾਈ ਵੀਰ ਸਿੰਘ ਜੀ ਨੇ ਲਿਖੀ ਹੈ। ਕਹਿੰਦੇ ਗੋਪਾਲ ਪਾਦਾ ਜੀ ਕਹਿੰਦੇ ਮੇਰਾ ਚਿੱਤ ਕਰਦਾ ਕਾਜੀ ਨੂਰਦੀਨ ਨੂੰ ਆਗਾਹ ਹੋ ਕੇ ਜੱਫੀ ਪਾ ਲਓ। ਆਵਾਜ਼ ਮਾਰ ਲਈ, ਕਾਜੀ ਇੱਥੇ ਹੀ ਆ ਜਾ। ਪੰਡਤੋ ਬ੍ਰਾਹਮਣੋ, ਤੁਹਾਡੇ ਲਾਗੇ ਬਹਿ ਕੇ ਮੈਨੂੰ ਤੁਸੀਂ ਦੂਰ ਨਾ ਧਕੇਲਿਓ। ਕਹਿੰਦੇ ਤੂੰ ਕਾਫਰ ਕਵੇਂਗਾ? ਕਹਿੰਦੇ ਉਹ ਗੱਲਾਂ ਆਈਆਂ ਗਈਆਂ ਜਿੱਦਣ ਦੇ ਨਾਨਕ ਦੇ ਦਰਸ਼ਨ ਹੋਏ ਨੇ। ਗੁਰਦੇਵ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਮਹਿਤਾ ਜੀ ਦੇ ਪੁੱਤਰ ਦੇ ਦੀਦਾਰ ਹੋਏ ਨੇ। ਉਸ ਦਿਨ ਦੀਆਂ ਇਹ ਗੱਲਾਂ ਮਨ ਚੋਂ ਨਿਕਲ ਗਈਆਂ। ਐਵੇਂ ਨਹੀਂ ਬਚਨ ਭਾਈ ਗੁਰਦਾਸ ਜੀ ਨੇ ਲਿਖੇ, ਹਿੰਦੂ ਮੁਸਲਮਾਨ ਨਵਾਇਆ। ਉਹ ਹਨ ਸੰਤ ਜਿਨ੍ਹਾਂ ਨੂੰ ਇੱਕ ਦਿਹਾੜੇ ਦੇ ਦੀਦਾਰ ਨੇ ਹੀ ਹਿਰਦੇ ਵਿੱਚ ਸ਼ਾਂਤੀ ਪ੍ਰਗਟ ਕਰ ਦਿੱਤੀ ਹੈ। ਉਹ ਸਾਰੇ ਪ੍ਰਵਾਨ ਹਨ ਜੋ ਪ੍ਰਭ ਭਾਇਆ, ਜਿਹੜੇ ਮੇਰੇ ਮਹਾਰਾਜ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਭਾ ਗਏ ਹਨ। ਸਈ ਬੇਚਖਣ ਜੰਤ ਜਿਨੀ ਹਰ ਹਰ ਧਿਆਇਆ। ਕਹਿੰਦੇ ਉਹਨਾਂ ਨੂੰ ਭਾਈ ਉਹੋ ਹੀ ਜੰਤ ਸੋ ਸ੍ਰੇਸ਼ਟ ਹਨ, ਚਤਰ ਹਨ। ਚਖ ਨਾਮ ਹੁੰਦਾ ਨੇਤਰਾਂ ਦਾ, ਉਹਨਾਂ ਦੇ ਬਾਅਦ ਸ੍ਰੇਸ਼ਟ ਕਰਕੇ ਨੇਤਰ ਹਨ ਵਿਰਾਗ ਤੇ ਵਿਵੇਕ ਰੂਪੀ, ਜਿਨ੍ਹਾਂ ਨੇ ਭਾਈ ਹਰੀ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ। ਅੰਮ੍ਰਿਤ ਨਾਮ ਨਿਦਾਨ ਭੋਜਨ ਖਾਇਆ। ਸੋ ਉਹਨਾਂ ਨੇ ਨਾਮ ਰੂਪੀ ਨਿਧਾਨ ਜੋ ਖਜ਼ਾਨਾ ਹੈ ਨਾਮ ਮੁੱਕਣ ਵਾਲਾ, ਇਹ ਭੋਜਨ ਰੂਪ ਵਿੱਚ ਅੰਮ੍ਰਿਤ ਛਕਣਾ ਕੀਤਾ ਹੈ ਜੀ। ਸੰਤ ਜਨਾ ਕੀ ਧੂਰ ਮਸਤਕ ਲਾਇਆ। ਇਹ ਬਖਸ਼ਿਸ਼ ਕਿੱਥੋਂ ਹੋਈ? ਕਹਿੰਦੇ ਉਹਨਾਂ ਨੇ ਸੰਤ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਧੂੜੀ ਮੱਥੇ ਨੂੰ ਲਾਈ ਹੈ ਜੀ।
ਨਾਨਕ ਭਏ ਪੁਨੀਤ ਹਰ ਤੀਰਥ ਨਾਇਆ। ਕਹਿੰਦੇ ਭਾਈ ਉਹ ਪਨੀਤ ਹੋ ਗਏ ਨੇ ਜਦੋਂ ਹਰੀ ਸਿਮਰਨ ਪਰਮੇਸ਼ਰ ਵਾਹਿਗੁਰੂ ਦੇ ਨਾਮ ਰੂਪੀ ਤੀਰਥ ਦੀ ਡੁਬਕੀ ਲਾਈ ਹੈ। ਉਹ ਪਨੀਤ ਹੋ ਗਏ ਨੇ, ਪਵਿੱਤਰ 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 ਪਨੀਤ। ਸੋ ਉਹਨਾਂ ਤੇ ਇਹ ਬਖਸ਼ਿਸ਼ ਹੋ ਗਈ। 3 ਵਾਰੀ ਪਵਿੱਤਰ ਕਹੀਏ ਤੇ ਇੱਕ ਪਨੀਤ ਬਣਦਾ ਹੈ। ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਚ ਆਣ ਕਰਕੇ ਇਸ ਮਹਾਨ ਤੀਰਥ ਉੱਤੇ ਟੁੱਬੀ ਲਾਈ, ਕਹਿੰਦੇ ਪਨੀਤ ਹੋ ਗਏ। ਇਹ ਬਖਸ਼ਿਸ਼ ਸਤਿਗੁਰੂ ਸਾਹਿਬ ਜੀ ਨੇ ਕੀਤੀ। ਜਦੋਂ ਸਤ ਸੰਗਤ ਰੂਪੀ ਸਰੋਵਰ ਤੇ ਆਣ ਕਰਕੇ ਟੁੱਬੀ ਲਾਈ, ਫਿਰ ਪਨੀਤ ਹੋ ਗਏ ਨੇ। ਇਹ ਬਖਸ਼ਿਸ਼ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਸਾਡੇ ਤੇ ਹੁਕਮਨਾਮੇ ਰੂਪ ਵਿੱਚ ਕੀਤੀ ਹੈ, ਦਿਆਲਤਾ ਕੀਤੀ ਹੈ। ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਕਰਦੇ ਹਾਂ। ਸਤਿਗੁਰੂ ਸਾਹਿਬ ਜੀ ਦੇ ਪਿਆਰੇ ਸਾਹਿਬਜ਼ਾਦਿਆਂ ਦਾ ਇਤਿਹਾਸ ਕਹਿੰਦੇ ਹਾਂ। ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣੀਆਂ ਜੀ। ਅਗਾਹਾਂ ਤੋਂ ਸਮਤ ਬਖਸ਼ਣੇ ਜੇ। ਸੰਤ ਜਨਾ ਕੀ ਧੂਰ ਮਸਤਕ ਲਾਇਆ, ਨਾਨਕ ਭਏ ਪੁਨੀਤ ਹਰ ਤੀਰਥ ਨਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।